ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੋੜਦਿਆਂ ਜੋ ਸਮਝਾਉਣ ਦਾ ਯਤਨ ਕਰ ਰਹੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਰਸਾਵਲ ਛੰਦ ਤਵ ਪ੍ਰਸਾਦ। ਨਮੋ ਨਰਕ ਨਾਸੇ ਸदैवं ਪ੍ਰਕਾਸੇ। ਅਨੰਗੰ ਸਰੂਪੇ ਅਪੰਗੰ ਬੇਪੁਤੇ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਸੁਰਤ ਜੋੜਿਆਂ ਜੋ ਜਾਪ ਸਾਹਿਬ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ, ਜਿਸ ਵਿੱਚੋਂ ਅੱਜ ਦੇ ਜੋ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤੇ ਹਨ, ਉਸ ਛੰਦ ਦਾ ਨਾਮ ਰਸਾਵਲ ਹੈ। ਰਸਾਵਲ ਛੰਦ। ਤੇ ਜਦੋਂ ਵੀ ਗੁਰੂ ਸਾਹਿਬ ਜੀ ਨੇ ਛੰਦ ਰੂਪ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕਰਦਿਆਂ ਆਪਣੀ ਰਸਨਾ ਤੋਂ ਉਚਾਰਨ ਇਹ ਪਾਵਨ ਬਚਨ ਕੀਤੇ, ਤੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਸਾਹਿਬ ਨੇ ਕੀਤਾ ਹੈ, ਤਵ ਪ੍ਰਸਾਦ, ਕਿ ਇਹ ਜਿਹੜੇ ਬੋਲ ਨੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕੇ ਹਨ। ਜੋ ਉਸਤਤ ਹੈ ਪਰਮੇਸ਼ਵਰ ਦੀ, ਉਹ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਦੇ ਸਦਕੇ ਹੈ। ਦੋ ਗੱਲਾਂ ਧਿਆਨ ਦੇ ਵਿੱਚ ਰੱਖਣਾ, ਇੱਕ ਤਵ ਪ੍ਰਸਾਦ ਔਰ ਇੱਕ ਗੁਰ ਪ੍ਰਸਾਦ। ਅਸੀਂ ਅਕਾਲ ਪੁਰਖ ਪਰਮੇਸ਼ਵਰ ਤੱਕ ਆਪਣੀ ਪਹੁੰਚ ਬਣਾਉਣੀ ਹੈ। ਦੁਨੀਆ ਦੇ ਵਿੱਚ ਤੇ ਬੜੇ ਮਾਣ ਦੇ ਨਾਲ ਅਸੀਂ ਕਹਿ ਦਿੰਦੇ ਹਾਂ ਕਿ ਮੇਰੀ ਫਲਾਣੇ ਤੱਕ ਪਹੁੰਚ ਹੈ, ਮੇਰੀ ਬੜੀ ਦੂਰ ਤੱਕ ਪਹੁੰਚ ਹੈ। ਠੀਕ ਹੈ, ਬਾਹਰੀ ਤਲ ਦੇ ਉੱਤੇ ਸਾਡੀ ਪਹੁੰਚ ਬੜੀ ਦੂਰ ਦੂਰ ਤੱਕ ਹੋਏਗੀ। ਬੜੇ ਵੱਡੇ ਵੱਡੇ ਅਹਿਲਕਾਰ, ਸ਼ਾਹੂਕਾਰ, ਧਨਾਢ ਪੁਰਸ਼ਾਂ ਤੱਕ ਸਾਡੀ ਪਹੁੰਚ ਹੋਏਗੀ, ਜਾਂ ਸਾਡੀ ਦੂਰ ਦੂਰ ਜਿੰਨੇ ਵੀ ਮੁਲਕ ਨੇ ਉਹਨਾਂ ਤੱਕ ਸਾਡੀ ਪਹੁੰਚ ਹੋਏਗੀ। ਪਰ ਜਿਹੜਾ ਸਾਡੇ ਹਿਰਦੇ ਦੇ ਅੰਦਰ, ਸਾਡੇ ਦਿਲ ਦੇ ਵਿੱਚ ਬੈਠਾ ਹੈ ਪਰਮੇਸ਼ਵਰ, ਉੱਥੇ ਤੱਕ ਸਾਡੀ ਪਹੁੰਚ ਨਹੀਂ। ਜਿਹੜਾ ਨੇੜੇ ਤੋਂ ਵੀ ਨੇੜੇ ਹੈ, ਉੱਥੇ ਤੱਕ ਸਾਡੀ ਪਹੁੰਚ ਨਹੀਂ ਹੈ। ਪਰ ਅਸੀਂ ਬਾਹਰੋਂ ਉਡਾਰੀਆਂ ਮਾਰ ਕੇ ਹੰਕਾਰ ਦੇ ਵਿੱਚ ਬੜਾ ਕਹਿੰਦੇ ਹਾਂ ਕਿ ਮੇਰੀ ਫਲਾਣੇ ਤੱਕ ਪਹੁੰਚ ਹੈ। ਪਰ ਉਸ ਪਹੁੰਚ ਨੂੰ ਅਸੀਂ ਕੀ ਕਰਨਾ, ਜੋ ਸਾਡੇ ਹਿਰਦੇ ਵਿੱਚ ਬੈਠਾ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ, ਉੱਥੇ ਤੱਕ ਹੀ ਸਾਡੀ ਪਹੁੰਚ ਨਾ ਬਣ ਸਕੀ। ਪਰਮੇਸ਼ਵਰ ਕਿੰਨੀ ਕੁ ਨੇੜੇ ਹੈ। ਮਹਾਰਾਜ ਕਹਿੰਦੇ ਪ੍ਰਭ ਨੇਰ ਹੂੰ ਤੇ ਨੇਰਿਆ।
ਜਿੰਨਾ ਉਹਨੂੰ ਨੇੜੇ ਤੁਸੀਂ ਸਮਝ ਲਓਗੇ ਉਹਦੇ ਨਾਲੋਂ ਕਈ ਗੁਣਾ ਵੱਧ ਉਹ ਸਾਡੇ ਤੋਂ ਨੇੜੇ ਹੈ। ਤੇ ਜਿੰਨਾ ਉਹ ਸਾਡੇ ਕਰੀਬ ਹੈ, ਜਿੰਨਾ ਸਾਡੇ ਉਹ ਨੇੜੇ ਹੈ, ਉਨਾ ਹੀ ਸਾਡੀ ਪਹੁੰਚ ਤੋਂ ਪਰੇ ਹੈ। ਉੱਥੇ ਤੱਕ ਨਹੀਂ ਅਸੀਂ ਆਪਣੀ ਅਕਲ ਨਾਲ, ਦਿਮਾਗ ਨਾਲ, ਚਤੁਰਾਈਆਂ ਨਾਲ, ਚਲਾਕੀਆਂ ਨਾਲ, ਆਪਣੀ ਤਾਕਤ ਨਾਲ, ਪਾਵਰ ਨਾਲ ਅਸੀਂ ਅਕਾਲ ਪੁਰਖ ਤੱਕ ਪਹੁੰਚ ਨਹੀਂ ਬਣਾ ਸਕਦੇ। ਉਹਦੇ ਵਾਸਤੇ ਸਾਨੂੰ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪੈਣਾ। ਜਦੋਂ ਗੁਰੂ ਸਾਹਿਬ ਦੀ ਕਿਰਪਾ ਸਾਡੇ ਜੀਵਨ ਵਿੱਚ ਵਰਤੇਗੀ, ਫਿਰ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਸਾਡੀ ਪਹੁੰਚ ਪਰਮੇਸ਼ਵਰ ਤੱਕ ਹੈ। ਸੰਸਾਰ ਤੋਂ ਨਿਰੰਕਾਰ ਤੱਕ ਦੀ ਪਹੁੰਚ ਸਾਡੀ ਪਹਿਲਾਂ ਸਾਨੂੰ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪੈਣਾ। ਇਹੀ ਕਾਰਨ ਹੈ ਕਿ ਜਦੋਂ ਸਾਨੂੰ ਆਰੰਭਤਾ ਦੇ ਵਿੱਚ ਜਪ ਦੀ ਬਾਣੀ ਦੇ ਨਾਲ ਜੋੜਿਆ ਤੇ ਇੱਕ ਓੰਕਾਰ ਤੋਂ ਲੈ ਕੇ ਸਹਿ ਭੰਗ ਤੱਕ ਪਰਮੇਸ਼ਵਰ ਦੀ ਪਰਿਭਾਸ਼ਾ ਦੱਸੀ, ਪਰ ਨਾਲ ਇਹ ਵੀ ਕਹਿ ਦਿੱਤਾ ਕਿ ਗੁਰ ਪ੍ਰਸਾਦ। ਜੋ ਅਕਾਲ ਪੁਰਖ ਦੀ ਪਛਾਣ ਤੁਹਾਨੂੰ ਕਰਵਾਈ ਹੈ ਕਿ ਉਹ ਕਰਤਾ ਪੁਰਖ ਹੈ, ਉਹ ਅਜੂਨੀ ਹੈ, ਨਿਰਭਉ ਹੈ, ਨਿਰਵੈਰ ਹੈ, ਪਰ ਇਹ ਸਾਰੀਆਂ ਗੱਲਾਂ ਤਾਂ ਸਮਝ ਆਉਣਗੀਆਂ ਜੇ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਔਰ ਇਹੀ ਕਾਰਨ, ਜੇ ਸਾਡੀ ਆਪਣੇ ਆਪਣੇ ਤਲ ਤੇ ਸਾਰਿਆਂ ਦੀ ਪਹੁੰਚ ਅਕਾਲ ਪੁਰਖ ਤੱਕ ਹੁੰਦੀ ਹੋਵੇ, ਫਿਰ ਸਾਨੂੰ ਗੁਰੂ ਦੀ ਲੋੜ ਨਹੀਂ। ਫਿਰ ਗੁਰੂ ਦੁਆਰੇ ਸਮਾਂ ਕੱਢ ਕੇ ਆਉਣ ਦੀ ਜ਼ਰੂਰਤ ਨਹੀਂ। ਕਿਉਂ ਜ਼ਰੂਰਤ ਹੈ? ਕਿਉਂਕਿ ਗੁਰੂ ਤੋਂ ਬਿਨਾਂ ਅਕਾਲ ਪੁਰਖ ਤੱਕ ਪਹੁੰਚਣਾ ਸਾਡੇ ਲਈ ਮੁਸ਼ਕਲ ਹੈ। ਇੱਥੇ ਆ ਕੇ ਸਾਡਾ ਮਾਣ, ਹੰਕਾਰ ਸਭ ਟੁੱਟ ਜਾਂਦਾ ਹੈ ਕਿ ਮੇਰੀ ਪਹੁੰਚ ਤਾਂ ਬੜੀ ਦੂਰ ਤੱਕ ਹੈ, ਮੈਂ ਤੇ ਬੜੀ ਦੂਰ ਤੱਕ ਪਹੁੰਚ ਰੱਖਦਾ, ਪਰ ਕੀ ਫਾਇਦਾ? ਜਿਹੜਾ ਨੇੜੇ ਤੋਂ ਵੀ ਨੇੜੇ ਪਰਮੇਸ਼ਵਰ ਹੈ, ਉੱਥੇ ਤੱਕ ਤੇ ਮੇਰੀ ਪਹੁੰਚ ਬਣਦੀ ਨਹੀਂ। ਉਹ ਜਿੰਨਾ ਮੇਰੇ ਤੋਂ ਨੇੜੇ ਹੈ, ਉਨਾ ਹੀ ਮੇਰੀ ਪਹੁੰਚ ਤੋਂ ਬਾਹਰ ਹੈ। ਇਸ ਲਈ ਇੱਥੇ ਆ ਕੇ ਫਿਰ ਹੰਕਾਰ ਟੁੱਟ ਜਾਂਦਾ ਹੈ। ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ ਕਿ ਜੇ ਤੂੰ ਕਿਰਪਾ ਦਾ ਪਾਤਰ ਬਣਨ ਵਾਸਤੇ ਆਇਆ ਤੇ ਫਿਰ ਪਹਿਲਾ ਮਰਨ ਕਬੂਲ। ਪਹਿਲਾ ਮਰਨ ਕਬੂਲ ਦਾ ਮਤਲਬ ਸੀ ਕਿ ਆ ਜਿਹੜੀ ਮੈਂ ਲੈ ਕੇ ਬੈਠਾ ਨਾ, ਇਹਨੂੰ ਪਹਿਲਾਂ ਮਾਰ। ਇਹ ਜਿਹੜਾ ਹੰਕਾਰ ਤੂੰ ਲੈ ਕੇ ਬੈਠਾ ਹੈ, ਕਿਉਂਕਿ ਜਿਹੜਾ ਰਸ ਤੈਨੂੰ ਦੇਣਾ ਨਾ ਪਰਮੇਸ਼ਵਰ ਦੇ ਨਾਮ ਦਾ, ਉਹ ਰਸ ਤਾਂ ਹੀ ਮਿਲਣਾ ਜੇ ਤੂੰ ਪਹਿਲਾਂ ਮਰਨ ਕਬੂਲ, ਪਹਿਲਾਂ ਹਉਮੈ ਨੂੰ ਮਰਨਾ ਮਾਰਨਾ ਕਬੂਲ ਕਰੇਗਾ ਕਿ ਇੱਥੇ ਆ ਕੇ ਮੈਂ ਆਪਣੇ ਹੰਕਾਰ ਨੂੰ ਮਾਰਨਾ ਹੈ, ਇੱਥੇ ਆ ਕੇ ਆਪਣੇ ਹਉਮੈ ਨੂੰ, ਆਪਣੀ ਮੈਂ ਨੂੰ ਖਤਮ ਕਰਨਾ ਹੈ। ਫਿਰ ਜਾ ਕੇ ਰਸਾਵਲ, ਜਿਹੜਾ ਰਸ ਦਾ ਘਰ ਹੈ, ਪਰਮ ਰਸ, ਉੱਤਮ ਰਸ, ਸ੍ਰੇਸ਼ਟ ਰਸ, ਜਿਹਦੇ ਵਿੱਚ ਇੰਨੀ ਬਖਸ਼ਿਸ਼ ਹੈ ਕਿ ਇਹ ਅੰਮ੍ਰਿਤ ਰਸ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ, ਬਿਖ ਤੋਂ ਅੰਮ੍ਰਿਤ ਹੋ ਸਕਦਾ ਹੈ। ਇਹਦੇ ਵਿੱਚ ਇੰਨਾ ਰਸ ਹੈ, ਪਰ ਉਹਦੀ ਪ੍ਰਾਪਤੀ ਫਿਰ ਦੁਹਰਾਦਿਆਂ ਸਾਹਿਬ ਕਹਿੰਦੇ ਤੂੰ ਪਹਿਲਾਂ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ। ਇਸ ਲਈ ਪਹਿਲਾ ਮਰਨ ਕਬੂਲ ਜੀਵਨ ਕੀ, ਛੱਡ ਆਸ ਹੋ ਸਭਨ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਪਹਿਲਾਂ ਗੁਰੂ ਦੇ ਦੁਆਰੇ ਆਉਣ ਦੀ ਜਾਚ ਸਿੱਖ। ਜਦੋਂ ਤੂੰ ਗੁਰੂ ਸਾਹਿਬ ਦੇ ਦੁਆਰੇ ਆ ਕੇ ਆਪਣੇ ਅੰਦਰ ਦੇ ਮੈਂ ਨੂੰ, ਹੰਕਾਰ ਨੂੰ ਖਤਮ ਕਰੇਗਾ, ਫਿਰ ਸਤਿਗੁਰੂ ਦੀ ਕਿਰਪਾ ਦੁਆਰਾ ਤੈਨੂੰ ਉਸ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣਾਇਆ ਜਾਏਗਾ, ਜਿਹਦੇ ਵਿੱਚ ਤੂੰ ਉਹਦੇ ਨਾਮ ਦਾ ਰਸ ਲੈ ਸਕਦਾ ਹੈ। ਉਹਦੇ ਨਾਮ ਦੇ ਰਸ ਦੀ ਪ੍ਰਾਪਤੀ ਜਦੋਂ ਤੈਨੂੰ ਹੋਏਗੀ, ਫਿਰ ਤੇਰੇ ਜੀਵਨ ਅੰਦਰ ਕਿਸੇ ਵਿਸ਼ੇ ਵਿਕਾਰ ਦਾ ਅਸਰ ਨਹੀਂ ਰਹੇਗਾ। ਇਹ ਵਿਕਾਰਾਂ ਦਾ ਅਸਰ, ਇਹਦਾ ਪ੍ਰਭਾਵ ਤੇਰੇ ਅੰਦਰੋਂ ਸਦਾ ਲਈ ਮੁੱਕ ਜਾਏਗਾ। ਸਤਿਗੁਰੂ ਜੀ ਅਕਾਲ ਪੁਰਖ ਦੀ ਉਸਤਤ ਵਿੱਚ ਤਵ ਪ੍ਰਸਾਦ ਕਿ ਹੇ ਅਕਾਲ ਪੁਰਖ ਜੀ, ਇਹ ਸਭ ਤੁਹਾਡੀ ਕਿਰਪਾ ਹੈ। ਜਾਂ ਇੱਥੇ ਕਹਿ ਲਈਏ ਕਿ ਇਹ ਮੇਰੇ ਬੋਲ ਨਹੀਂ, ਸਤਿਗੁਰੂ ਕਹਿੰਦੇ ਇਹ ਉਹਦੀ ਕਿਰਪਾ ਨਾਲ
ਹੀ ਇਹਨਾਂ ਪਾਵਨ ਬਚਨਾਂ ਦਾ ਉਚਾਰਨ ਹੈ। ਔਰ ਇੱਥੇ ਤੱਕ ਆਉਂਦਿਆਂ ਸਾਡੇ ਜੀਵਨ ਦੇ ਵਿੱਚ ਰਸ ਬਣ ਜਾਣਾ ਚਾਹੀਦਾ ਹੈ, ਉਹ ਰਸ ਜਿਹੜਾ ਸਾਡੇ ਅੰਦਰ ਦੇ ਵਿਕਾਰਾਂ ਦੀ ਜ਼ਹਿਰ ਨੂੰ ਖਤਮ ਕਰ ਸਕਦਾ ਹੈ। ਜਿਹੜੇ ਰਸ ਅਸੀਂ ਚੱਖ ਰਹੇ ਹਾਂ, ਉਸ ਰਸ ਦੇ ਵਿੱਚ ਸਾਨੂੰ ਸਬਰ ਤੇ ਸੰਤੋਖ ਨਹੀਂ ਮਿਲਣਾ। ਅਸੀਂ ਸਬਰ ਸੰਤੋਖੀ ਨਹੀਂ ਹੋ ਸਕਦੇ। ਉਹਦੇ ਵਿੱਚ ਤ੍ਰਿਸ਼ਨਾ ਵੱਧਦੀ ਹੈ, ਘਟਦੀ ਨਹੀਂ। ਤੇ ਜਿਹੜਾ ਰਸ ਪਰਮੇਸ਼ਵਰ ਦੇ ਨਾਮ ਦੇ ਵਿੱਚੋਂ ਮਿਲਣਾ, ਉਹਦੇ ਵਿੱਚ ਤ੍ਰਿਸ਼ਨਾ ਮੁੱਕੇਗੀ ਔਰ ਸਬਰ ਸੰਤੋਖੀ ਵਾਲਾ ਜੀਵਨ ਸਾਡਾ ਬਣ ਜਾਏਗਾ। ਇਹੀ ਕਾਰਨ ਕਿ ਅਸੀਂ ਨਿਤ ਨੇਮ ਦੇ ਵਿੱਚ ਰੋਜ਼ ਇਹ ਗੱਲ ਰਿਪੀਟ ਕਰਦੇ ਹਾਂ, ਆਪਣੇ ਧਿਆਨ ਵਿੱਚ ਰੱਖਦੇ ਹਾਂ ਕਿ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਅੰਨ ਰਸ ਆ ਪਰਮੇਸ਼ਵਰ ਦੇ ਨਾਮ ਦੇ ਰਸ ਨੂੰ ਛੱਡ ਕੇ ਹੋਰ ਜਿੰਨੇ ਰਸ ਨੇ, ਤੇ ਇਕੱਲੀ ਜੀਭ ਦਾ ਰਸ ਨਹੀਂ, ਅੱਖਾਂ ਦਾ ਰਸ ਵੱਖਰਾ ਹੈ, ਕੰਨਾਂ ਦਾ ਰਸ ਵੱਖਰਾ ਹੈ, ਇੰਦਰੀਆਂ ਦਾ ਰਸ ਵੱਖਰਾ ਵੱਖਰਾ ਹੈ। ਇਹ ਜਿੰਨਾ ਦੁਨਿਆਵੀ ਰਸ ਅਸੀਂ ਲੈਂਦੇ ਹਾਂ, ਉਨਾ ਹੀ ਰਸ ਵੱਧਦਾ, ਉਹਦੀ ਪਿਆਸ ਨਹੀਂ ਜਾਂਦੀ। ਜੇ ਕਿਸੇ ਨੇ ਕੰਨਾਂ ਰਾਹੀਂ ਕਿਸੇ ਦੀ ਨਿੰਦਾ, ਕਿਸੇ ਦੀ ਬੁਰਿਆਈ ਸੁਣੀ, ਤਾਂ ਉਹ ਪਿਆਸ ਵੱਧਦੀ ਹੈ ਵੀ ਮੈਂ ਹੋਰ ਸੁਣਾ। ਜੇ ਨੇਤਰਾਂ ਰਾਹੀਂ ਪਰ ਧਨ ਪਰ ਰੂਪ ਦੀ ਵਿਚਾਰ ਹੈ, ਤਾਂ ਇਹ ਨੇਤਰ ਰੱਜਦੇ ਨਹੀਂ, ਪਿਆਸ ਵੱਧਦੀ ਹੈ ਵੀ ਮੈਂ ਪਰ ਧਨ ਪਰ ਰੂਪ ਹੋਰ ਦੇਖਾਂ। ਇਸੇ ਤਰ੍ਹਾਂ ਰਸਨਾ ਤੋਂ ਇਹ ਜਿਹੜੀ ਪਿਆਸ ਇਹ ਬੁਝਦੀ ਨਹੀਂ, ਵੱਧਦੀ ਜਾਂਦੀ ਹੈ। ਕਦੋਂ ਤੱਕ ਇਹ ਚਲਦੀ ਰਹੇਗੀ? ਜਦੋਂ ਤੱਕ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਮਿਲਦਾ। ਜਿੰਨਾ ਚਿਰ ਪਰਮੇਸ਼ਵਰ ਦੇ ਨਾਮ ਦੇ ਰਸ ਦੀ ਪ੍ਰਾਪਤੀ ਨਹੀਂ, ਜਿਚਰ ਹਰ ਰਸ ਪੱਲੇ ਨਾ ਪਾਏ, ਜਿਚਰ ਜਦੋਂ ਤੱਕ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਇਹ ਜਿਹੜਾ ਤੁਹਾਨੂੰ ਛੰਦ ਅਕਾਲ ਪੁਰਖ ਦੀ ਉਸਤਤ ਵਿੱਚ ਉਚਾਰ ਕੇ ਦਿੱਤਾ ਹੈ, ਇਹਦੇ ਵਿੱਚ ਰਸ ਹੈ। ਇਹਨੂੰ ਪਿਆਰ ਨਾਲ ਪੜੋ, ਪਿਆਰ ਨਾਲ ਧਿਆਓ, ਜਪੋ। ਜਦੋਂ ਤੁਸੀਂ ਇਹਨੂੰ ਜਪੋਗੇ, ਤੁਹਾਨੂੰ ਉਸ ਪਰਮੇਸ਼ਵਰ ਦੇ ਨਾਮ ਦੇ ਰਸ ਦੀ ਪ੍ਰਾਪਤੀ ਹੋਏਗੀ, ਜਿਹਦੇ ਵਿੱਚ ਅੰਨ ਰਸ ਤੁਹਾਡੇ ਵਿਸਰ ਜਾਣਗੇ। ਵਿਕਾਰਾਂ ਵਾਲਾ ਰਸ ਅੰਦਰੋਂ ਦੀ ਸਦਾ ਲਈ ਮੁੱਕ ਜਾਏਗਾ। ਪਰ ਜਿਹੜਾ ਸਾਕਤ ਹੁੰਦਾ ਨਾ, ਸਾਕਤ ਦਾ ਅਰਥ ਜਿਹੜਾ ਪਰਮੇਸ਼ਵਰ ਨਾਲੋਂ ਜਿਹਨੇ ਸਾਂਝ ਤੋੜੀ ਹੈ, ਤੇ ਜਿਹਨੂੰ ਹਜੇ ਗੁਰੂ ਸਾਹਿਬ ਦੇ ਦੁਆਰੇ ਆਉਣ ਦੀ ਵੀ ਜਾਚ ਨਹੀਂ ਆਈ। ਸਾਕਤ ਹਰ ਰਸ ਸਾਧ ਨਾ ਜਾਣਿਆ। ਕਿਉਂ ਨਹੀਂ ਜਾਣਿਆ? ਤਿੰਨ ਅੰਤਰ ਹਉਮੈ ਕੰਡਾ ਹੈ, ਕਿਉਂਕਿ ਉਹਦੇ ਅੰਦਰ ਹਜੇ ਹਉਮੈ ਦਾ ਕੰਡਾ ਹੈ। ਉਹ ਸਾਕਤ ਹੈ, ਜਿਹਦੇ ਅੰਦਰ ਹਉਮੈ ਹੈ ਉਹ ਸਾਕਤ ਹੈ। ਸਾਕਤ ਮਨਮੁਖ, ਜਿਹਦੀ ਪਰਮੇਸ਼ਵਰ ਨਾਲੋਂ ਸਾਂਝ ਟੁੱਟੀ ਹੈ, ਉਹ ਕਦੇ ਵੀ ਹਰੀ ਦੇ ਨਾਮ ਦਾ ਸਵਾਦ ਜਾਣਦਾ ਹੀ ਨਹੀਂ। ਜਿਹਨੇ ਜਾਣਿਆ ਹੀ ਨਹੀਂ, ਉਹ ਮਾਣੇਗਾ ਕੀ? ਅਸੀਂ ਸਵਾਦ ਨੂੰ ਮੰਨਣਾ ਹੈ, ਮੰਨਣ ਤੋਂ ਪਹਿਲਾਂ ਉਹਨੂੰ ਜਾਣਨਾ ਸਾਡੇ ਲਈ ਜ਼ਰੂਰੀ ਹੈ। ਤੇ ਸਾਹਿਬ ਕਹਿੰਦੇ, ਸਾਕਤ ਨੇ ਪਰਮੇਸ਼ਵਰ ਨਾਲੋਂ ਜਿਹਨੇ ਆਪਣੀ ਸਾਂਝ ਤੋੜ ਕੇ ਸੰਸਾਰ ਨਾਲ ਸਾਂਝ ਬਣਾ ਕੇ ਅੰਦਰ ਹਉਮੈ ਦਾ ਕੰਡਾ ਚੁਬਾ ਲਿਆ, ਉਹ ਜਦੋਂ ਵੀ ਚੱਲਦਾ ਹੈ ਸਗੋਂ ਦੁੱਖ ਵੀ ਪਾਉਂਦਾ ਹੈ। ਤੇ ਸਾਕਤ ਹਰ ਰਸ ਸਾਧ ਨਾ ਜਾਣਿਆ, ਉਹ ਨਾਮ ਦੇ ਰਸ ਦਾ ਸਵਾਦ ਜਾਣਦਾ ਹੀ ਨਹੀਂ ਹੈ। ਇਹੀ ਕਾਰਨ ਹੈ ਕਿ ਜੇ ਕਿਤੇ ਸਾਕਤ ਭੁੱਲ ਭੁਲੇਖੇ, ਜਿਹਦੇ ਅੰਦਰ ਹਉਮੈ ਦਾ ਕੰਡਾ ਹੈ, ਜੇ ਗੁਰੂ ਦੁਆਰੇ ਆ ਵੀ ਜਾਏਗਾ, ਪਰ ਉਹ ਗੁਰਬਾਣੀ ਦਾ ਰਸ ਨਹੀਂ ਲੈ ਸਕੇਗਾ। ਉਹ ਕੀਰਤਨ ਦਾ, ਪਾਠ ਦਾ, ਵਿਚਾਰ ਦਾ ਉਹ ਰਸ ਨਹੀਂ ਮਾਣ ਸਕੇਗਾ। ਕਿਉਂ? ਕਿਉਂਕਿ ਉਹਦਾ ਸਵਾਦ ਜਾਣਦਾ ਹੀ ਨਹੀਂ, ਉਹਦਾ ਸਵਾਦ ਹੋਰ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ, ਆਹ ਜਿਹੜੀ ਬਾਣੀ ਤੁਹਾਨੂੰ ਜਾਪ ਦੇ ਰੂਪ ਵਿੱਚ ਦਿੱਤੀ ਹੈ, ਇਹਦੇ ਵਿੱਚ ਰਸ ਹੀ ਰਸ ਹੈ। ਜਦੋਂ ਤੁਸੀਂ ਪ੍ਰੇਮ ਨਾਲ ਜਪੋਗੇ ਤਾਂ ਤੁਹਾਨੂੰ ਰਸ ਮਿਲੇਗਾ, ਉਹ ਰਸ ਜਿਹਦੇ ਵਿੱਚ ਤੁਹਾਡੇ ਜੀਵਨ ਦੇ ਸਾਰੇ ਦੁੱਖ, ਰੋਗ, ਕਲਾ, ਕਲੇਸ਼ ਜੀਵਨ ਦੇ ਮੁੱਕ ਜਾਣਗੇ। ਜਿਹਨੂੰ ਇਹ ਬਾਣੀ ਦੇ ਨਾਲ ਜਿਹਨੀ ਪ੍ਰੀਤ ਪੈ ਗਈ ਨਾ, ਉਹ ਕਹਿੰਦਾ ਜਾਪ ਸਾਹਿਬ ਦੇ ਵਿੱਚ ਰਸ ਹੀ ਬਹੁਤ ਹੈ। ਤੇ ਜਿਹਨੀ ਹਜੇ ਸਾਂਝ ਨਹੀਂ ਪਾਈ, ਉਹ ਕਹਿੰਦੇ ਜਾਪ ਸਾਹਿਬ ਦੀ ਬਾਣੀ ਔਖੀ ਬੜੀ ਲੱਗਦੀ ਹੈ।
ਇਹ ਕਠਿਨ ਹੀ ਬੜੀ ਹੈ, ਸਾਡੀ ਤਾਂ ਸਮਝ ਤੋਂ ਬਾਹਰ ਹੈ। ਪਰ ਜਿਹਨੇ ਜਾਣ ਲਿਆ ਉਹਦੇ ਵਾਸਤੇ ਇਹ ਗੁਰਬਾਣੀ ਰਸ ਨਾਲ ਭਰੀ ਪਈ ਹੈ, ਆਨੰਦ ਨਾਲ ਭਰੀ ਪਈ ਹੈ। ਅੱਜ ਦੇ ਬਚਨਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਾਰਿਆਂ ਦੀ ਰਸਨਾ ਤੇ ਇਹ ਪਾਵਨ ਬੋਲ ਆ ਜਾਣ। ਰਲ ਕੇ ਪੜ੍ਹੀਏ। ਨਮੋ ਨਰਕ ਨਾਸੇ ਸदैवं ਪ੍ਰਕਾਸ਼ੇ, ਅਨੰਗੰ ਸਰੂਪੇ ਅਭੰਗੰ ਵਿਭੂਤੇ। ਕਲਗੀਧਰ ਪਾਤਸ਼ਾਹ ਜੀ ਇਸ ਰਸਾਵਲ ਛੰਦ ਵਿੱਚ ਸਾਨੂੰ ਰਸ ਸਾਡੇ ਜੀਵਨ ਅੰਦਰ ਬਣ ਜਾਏ, ਇਹ ਅੰਮ੍ਰਿਤ ਰਸ ਸਾਡੇ ਜੀਵਨ ਅੰਦਰ ਘੁਲ ਮਿਲ ਜਾਏ। ਸਾਹਿਬ ਕਹਿੰਦੇ ਇਹ ਅਕਾਲ ਪੁਰਖ ਜੀ ਤੁਹਾਨੂੰ ਨਮੋ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਨਰਕ ਨਾਸੇ, ਤੁਸੀਂ ਨਰਕ ਦਾ ਨਾਸ਼ ਕਰਨ ਵਾਲੇ ਹੋ। ਜਿਹੜਾ ਇਸ ਧਰਤੀ ਉੱਤੇ ਅਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ, ਨਰਕ ਕੋਈ ਵੱਖਰਾ ਨਹੀਂ ਹੈ, ਕੋਈ ਪਹਾੜ ਦੀ ਚੋਟੀ ਤੇ ਜਾਂ ਕਿਸੇ ਆਸਮਾਨ ਤੇ ਕੋਈ ਵੱਖਰਾ ਬਣਾਇਆ ਹੋਵੇ। ਸਵਰਗ ਤੇ ਨਰਕ ਜਿਨ੍ਹਾਂ ਭਗਤ ਦੇ ਅਰਥ ਕੀਤੇ ਹੋਏ ਨੇ ਆਪ ਜੀ ਨਾਲ, ਜਿਹਦੇ ਵਿੱਚੋਂ ਭਰਮ, ਅਸੀਂ ਭਰਮ ਦੇ ਵਿੱਚ ਹਾਂ, ਕਿਉਂਕਿ ਸਾਨੂੰ ਭਰਮ ਦੇ ਵਿੱਚ ਹੀ ਰੱਖਿਆ ਗਿਆ ਨਰਕ ਤੇ ਸਵਰਗ ਦੀਆਂ ਗੱਲਾਂ ਕਰਕੇ। ਪਰ ਜਿਹੜੇ ਭਗਤ ਨੇ ਭਗਤੀ ਦਾ ਜਾਗ ਲਾ ਕੇ ਭਰਮ ਚੋਂ ਨਿਕਲਣ ਵਾਲੇ, ਉਹ ਕਹਿੰਦੇ ਅਸੀਂ ਨਹੀਂ ਨਰਕ ਸਵਰਗ ਨੂੰ ਮੰਨਦੇ, ਅਸੀਂ ਤੇ ਇਹਨਾਂ ਨੂੰ ਰੱਦ ਕਰਕੇ ਚੱਲਦੇ ਹਾਂ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਦੋਨਾਂ ਨੂੰ ਰੱਦ ਕੀਤਾ। ਕਿਉਂ? ਕਿਉਂਕਿ ਇਹ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਇਹਦੇ ਵਿੱਚ ਜਿਹੜਾ ਦੁੱਖ ਸੁੱਖ ਹੈ ਇਹੀ ਨਰਕ ਤੇ ਸਵਰਗ ਹੈ। ਕੋਈ ਵੱਖਰਾ ਨਹੀਂ ਹੈ ਕਿ ਅਸੀਂ ਸਵਰਗ ਦੇ ਝੂਟੇ ਲੈਣੇ ਆ ਜਾ ਕੇ, ਤੇ ਨਰਕ ਦਾ ਦੁੱਖ ਕਿਤੇ ਵੱਖਰੀ ਥਾਂ ਤੇ ਜਿਹੜਾ ਉਹ ਸਾਨੂੰ ਭੋਗਣ ਵਾਸਤੇ ਮਿਲੇਗਾ। ਇਸੇ ਹੀ ਜ਼ਿੰਦਗੀ ਦੇ ਵਿੱਚ ਇੱਥੇ ਹੀ ਕਰਮ ਹੈ, ਇੱਥੇ ਹੀ ਕਰਮ ਦਾ ਫਲ ਹੈ। ਇੱਥੇ ਹੀ ਕਰਮ ਕਰਨਾ ਹੈ, ਇੱਥੇ ਹੀ ਕਰਮ ਦਾ ਫਲ ਹੈ। ਜੇ ਅਸੀਂ ਜ਼ਹਿਰ ਬੀਜੀਆਂ ਜ਼ਹਿਰ ਦਾ ਫਲ ਮਿਲਣਾ ਹੈ, ਅੰਮ੍ਰਿਤ ਬੀਜ ਰਹੇ ਹਾਂ ਅੰਮ੍ਰਿਤ ਦਾ ਫਲ ਮਿਲਣਾ ਹੈ। ਜੈਸੀ ਕਰਨੀ ਵੈਸੀ ਭਰਨੀ ਇੱਥੇ ਹੀ ਹੈ। ਜੇ ਨੇਕ ਜੀਵਨ ਬਣਾ ਕੇ ਨੇਕ ਕਰਮ ਕਰਕੇ ਅਸੀਂ ਚੱਲ ਰਹੇ ਹਾਂ ਤੇ ਮਾਲਕ ਨੇ ਸਾਨੂੰ ਸਵਰਗ ਭਰਿਆ ਜੀਵਨ ਦੇਣਾ, ਤੇ ਜੇ ਅਸੀਂ ਮਾੜੇ ਕਰਮ ਮਾੜੀ ਸੋਚ ਰੱਖ ਕੇ ਚੱਲਦੇ ਹਾਂ ਫਿਰ ਇੱਥੇ ਹੀ ਨਰਕ ਭੋਗਣਾ ਹੈ। ਜਿਨ੍ਹਾਂ ਦੇ ਜੀਵਨ ਦੇ ਵਿੱਚ ਸੁੱਖ ਵਰਤਦਾ ਹੈ, ਜਿਹੜੇ ਆਪਣੇ ਜੀਵਨ ਦੇ ਵਿੱਚ ਜਾਂ ਚਾਣਕਿਆ ਨੀਤੀ ਦੇ ਅਨੁਸਾਰ ਉਹਨਾਂ ਆਖਿਆ ਵੀ ਜਿੱਥੇ ਪਤੀ ਔਰ ਪਤਨੀ ਦੇ ਵਿੱਚ ਤਾਲਮੇਲ ਹੋਵੇ, ਧੀਆਂ ਪੁੱਤਰ ਆਗਿਆਕਾਰੀ ਹੋਵਣ, ਔਰ ਜਿੱਥੇ ਇੰਨਾ ਕੁ ਧਨ ਹੋਵੇ ਕਿ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਾ ਪਵੇ, ਜਿਹਦੇ ਜੀਵਨ ਵਿੱਚ ਆ ਤਿੰਨ ਚੀਜ਼ਾਂ ਵਰਤਦੀਆਂ ਨੇ, ਉਹ ਸਦਾ ਸਵਰਗ ਦੇ ਵਿੱਚ ਹੀ ਵਸਦਾ ਹੈ, ਜਿੱਥੇ ਤਾਲਮੇਲ ਬਣਿਆ ਹੈ। ਕਿਉਂਕਿ ਜਿੱਥੇ ਤਾਲਮੇਲ ਨਹੀਂ ਹੋਏਗਾ ਉੱਥੇ ਕੀ ਹੋਏਗਾ? ਝਗੜਾ, ਉੱਥੇ ਹੋਏਗੀਆਂ ਲੜਾਈਆਂ, ਉੱਥੇ ਕਲੇਸ਼ ਰਹੇਗਾ ਹਰ ਵੇਲੇ। ਤੇ ਜਿੱਥੇ ਹਰ ਵੇਲੇ ਕਲੇਸ਼ ਰਹਿੰਦਾ ਹੈ, ਅਸਲ ਵਿੱਚ ਇਹੀ ਤਾਂ ਨਰਕ ਭਰੀ ਜ਼ਿੰਦਗੀ ਹੈ। ਜਿੱਥੇ ਹਰ ਵੇਲੇ ਮੁਖ ਤੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ, ਇਹੀ ਤੇ ਨਰਕ ਭਰੀ ਜ਼ਿੰਦਗੀ ਹੈ। ਤੇ ਹਾਏ ਹਾਏ ਦੀ ਆਵਾਜ਼ ਕਿਹਦੇ ਅੰਦਰੋਂ ਆਉਂਦੀ ਹੈ? ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਉਹ ਪਾਪ ਕਰਨ ਵਾਲੇ ਜਿਹੜੇ ਨੇ, ਉਹ ਕਹਿੰਦੇ ਜਦੋਂ ਨਰਕ ਦੇ ਭਾਗੀ ਬਣਦੇ ਆ ਤੇ ਉਹਨਾਂ ਦੀ ਰਸਨਾ ਤੋਂ ਹਾਏ ਹੀ ਨਿਕਲਦਾ ਹੈ। ਤੇ ਜਿਹਦੇ ਜੀਵਨ ਦੇ ਅੰਦਰ ਪਰਮੇਸ਼ਵਰ ਨੇ ਬਰਕਤਾਂ ਵਰਤਾ ਦਿੱਤੀਆਂ, ਦੁੱਖ ਰੋਗ ਕਲੇਸ਼ ਤੋਂ ਰਹਿਤ ਹੋ ਗਿਆ, ਉਹ ਸਵਰਗ ਭਰੀ ਜ਼ਿੰਦਗੀ ਹੈ। ਜੇ ਸਾਡੇ ਜੀਵਨ ਦੇ ਵਿੱਚ ਨਰਕ ਹੈ, ਭਾਵ ਕਲਾ ਕਲੇਸ਼ ਹੈ, ਰੋਗ ਹੈ, ਦੁੱਖ ਹੈ, ਮੁਸੀਬਤਾਂ ਨੇ, ਤਾਂ ਮਹਾਰਾਜ ਜੀ ਕਹਿੰਦੇ ਆ ਉਹ ਅਕਾਲ ਪੁਰਖ ਨੂੰ ਧਿਆ, ਉਹਨੂੰ ਧਿਆਉਣਾ ਕਰ, ਕਿਉਂਕਿ ਉਹ ਨਰਕ ਨਾਸੇ, ਉਹ ਨਰਕ ਦਾ ਨਾਸ਼ ਕਰਨ ਵਾਲਾ ਹੈ। ਉਹ ਤੇਰੇ ਅੰਦਰ ਦੀਆਂ ਬੁਰਾਈਆਂ ਦਾ ਨਾਸ਼ ਕਰਨ ਵਾਲਾ ਹੈ, ਉਹ ਤੇਰੇ ਅੰਦਰ ਦੇ ਅਵਗੁਣਾਂ ਨੂੰ ਨਾਸ਼ ਕਰਨ ਵਾਲਾ ਹੈ। ਜਾਂ ਇਦਾਂ ਕਹਿ ਲਵਾਂ ਕਿ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ,
ਉਹ ਨਰਕ ਭਰੀ ਜ਼ਿੰਦਗੀ ਜਿਉਂਦਾ ਹੈ, ਤੇ ਜਿਹਦੇ ਅੰਦਰ ਸਤ ਸੰਤੋਖ ਦਇਆ ਧਰਮ ਹੈ ਉਹ ਸਵਰਗ ਭਰੀ ਜ਼ਿੰਦਗੀ ਜਿਉਂਦਾ ਹੈ। ਜਿਹਦੇ ਅੰਦਰ ਸ਼ੁਭ ਗੁਣ ਨੇ ਉਹਦਾ ਜੀਵਨ, ਉਹਦਾ ਜਿਹੜਾ ਜੀਵਨ ਚੰਗਾ, ਤੇ ਜਿਹਦੇ ਅੰਦਰ ਅਵਗਣ ਨੇ ਉਹਦਾ ਜੀਵਨ ਮਾੜਾ। ਪਰ ਅਕਾਲ ਪੁਰਖ ਜੀ ਨੂੰ ਸਾਡੀ ਨਮਸਕਾਰ, ਕਿਉਂਕਿ ਉਹ ਸਾਰੇ ਹੀ ਨਰਕ ਦਾ ਨਾਸ਼ ਕਰਤਾ ਹੈ। ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ। ਸਦੈਵੰ ਦੱਦੇ ਨੂੰ ਦੋ ਲਾਵਾਂ ਨੇ। ਆਮ ਤੌਰ ਤੇ ਕਈ ਵਾਰ ਉਚਾਰਨ ਦੇ ਵਿੱਚ ਇੱਕ ਲਾਮ ਦਾ ਉਚਾਰਨ ਹੋ ਜਾਂਦਾ ਹੈ, ਪਰ ਇੱਥੇ ਸਾਹਿਬ ਜੀ ਨੇ ਦੋ ਲਾਵਾਂ ਦਾ ਉਚਾਰਨ ਕਰਕੇ ਸਦੈਵੰ ਇੱਕ ਦਿਨ ਜ਼ਿਕਰ ਕੀਤਾ ਸੀ। ਕਈ ਇਹ ਵੀ ਕਹਿੰਦੇ ਨੇ ਕਿ ਸਾਡੇ ਮੁਖ ਤੇ ਹੁਣ ਉਚਾਰਨ ਇਸ ਤਰ੍ਹਾਂ ਚੜ੍ਹ ਚੁੱਕਾ ਹੈ, ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਏ ਤੋਂ ਐ ਦੀ ਆਵਾਜ਼ ਨਹੀਂ ਆਉਂਦੀ, ਕਿਉਂਕਿ ਮੂੰਹ ਤੇ ਏ ਦੀ ਆਵਾਜ਼ ਚੜ੍ਹ ਚੁੱਕੀ ਹੈ। ਫਿਰ ਸੌਖਾ ਤਰੀਕਾ, ਪਿਛਲੇ ਦਿਨੇ ਵੀ ਆਪ ਜੀ ਨਾਲ ਸਾਂਝ ਪਾਈ ਸੀ, ਸੌਖਾ ਤਰੀਕਾ ਅਸੀਂ ਐਨਕ ਨਹੀਂ ਕਹਿੰਦੇ, ਅਸੀਂ ਐਨਕ ਕਹਿੰਦੇ ਹਾਂ। ਉਹ ਰਿਪੀਟ ਕਰੀ ਚੱਲੋ ਵੀ ਐਨਕ ਨਹੀਂ ਕਹਿਣਾ, ਐਨਕ ਕਹਿਣਾ ਹੈ। ਇਸੇ ਤਰ੍ਹਾਂ ਐ ਦੀ ਆਵਾਜ਼ ਦੇਣੀ ਹੈ, ਏ ਦੀ ਆਵਾਜ਼ ਨਹੀਂ ਦੇਣੀ ਹੈ। ਹੋਰ ਬੜੀਆਂ ਉਦਾਹਰਨਾਂ ਨੇ ਜਿੱਥੇ ਸਮਝਾਇਆ ਜਾ ਸਕਦਾ ਹੈ। ਵਾਹਿਗੁਰੂ ਸਾਡੇ ਤੁਹਾਡੇ ਸਭਨਾਂ ਤੇ ਕਿਰਪਾ ਕਰਨ। ਸਦੈਵੰ ਸਦੀਵੀ, ਹਮੇਸ਼ਾ ਵਾਸਤੇ। ਉਹਦਾ ਜਿਹੜਾ ਪ੍ਰਕਾਸ਼ ਹੈ, ਉਹਦਾ ਜਿਹੜਾ ਨੂਰ ਹੈ, ਉਹਦਾ ਜਿਹੜਾ ਚਾਨਣ ਹੈ, ਕਿਉਂਕਿ ਜੇ ਉਹਦਾ ਨੂਰ, ਉਹਦਾ ਚਾਨਣ ਹੈ ਤੇ ਤਾਂ ਹੀ ਸਾਡੇ ਜੀਵਨ ਵਿੱਚ ਚਾਨਣ ਹੈ। ਜੇ ਉਹਦੇ ਵਿੱਚ ਚਾਨਣ ਹੈ ਤੇ ਤਾਂ ਹੀ ਸੂਰਜ ਵਿੱਚ ਚਾਨਣ ਹੈ। ਤੇ ਜੇ ਉਹਦਾ ਚਾਨਣ ਘਟਦਾ ਵੱਧਦਾ ਰਹੇਗਾ ਤੇ ਫਿਰ ਸਾਡਾ ਕੀ ਹਾਲ ਹੋਣਾ ਹੈ? ਜੇ ਉਹਦਾ ਚਾਨਣ ਪ੍ਰਕਾਸ਼ ਮੁੱਕ ਗਿਆ ਤੇ ਫਿਰ ਸੂਰਜ ਨੂੰ ਪ੍ਰਕਾਸ਼ ਕਿਵੇਂ ਦੇਣਾ? ਉਹ ਭਾਨਾਨ ਭਾਨ ਜਿਹੜਾ ਸੂਰਜਾਂ ਦਾ ਸੂਰਜ ਹੈ, ਜੇ ਉਹਦਾ ਪ੍ਰਕਾਸ਼ ਮੁੱਕ ਗਿਆ ਤੇ ਫਿਰ ਸੂਰਜ ਦਾ ਪ੍ਰਕਾਸ਼ ਕਿੱਥੇ ਜਾਏਗਾ? ਇਸ ਲਈ ਉਹ ਸਦੈਵੰ ਪ੍ਰਕਾਸ਼ ਰੂਪ ਹੈ, ਉਹ ਸਦੈਵੰ ਚਾਨਣ ਰੂਪ ਹੈ। ਉਹਦਾ ਚਾਨਣ ਹੀ ਤੇ ਵਰਤ ਰਿਹਾ ਹੈ। ਇਸ ਜਿੰਨੀ ਵੀ ਰੱਬੀ ਜੋਤ ਵਰਤ ਰਹੀ ਹੈ, ਇਹ ਸਾਰਾ ਚਾਨਣ ਉਹਦਾ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਸਾਰਾ ਚਾਨਣ ਅਕਾਲ ਪੁਰਖ ਪਰਮੇਸ਼ਵਰ ਦਾ ਹੈ, ਔਰ ਉਹਦਾ ਜਿਹੜਾ ਪ੍ਰਕਾਸ਼ ਹੈ ਉਹ ਸਦੈਵੰ ਹੈ, ਸਦੀਵੀ, ਹਮੇਸ਼ਾ ਲਈ। ਉਹਦੇ ਵਿੱਚ ਕੋਈ ਘਾਟ ਵਾੜ ਘਾਟ ਨਹੀਂ ਹੁੰਦੀ ਹੈ। ਉਹ ਜੈਸਾ ਹੈ ਵੈਸਾ ਹੀ ਹੈ। ਉਹਦੇ ਪ੍ਰਕਾਸ਼ ਵਿੱਚ, ਉਹਦੇ ਪ੍ਰਤਾਪ ਵਿੱਚ, ਉਹਦੀਆਂ ਬਖਸ਼ਿਸ਼ਾਂ ਵਿੱਚ ਕਦੇ ਕੋਈ ਕਮੀ ਨਹੀਂ ਆਉਂਦੀ। ਇਸ ਲਈ ਸਦੈਵੰ ਪ੍ਰਕਾਸ਼ੇ। ਜਦੋਂ ਅਸੀਂ ਸੁਰਤ ਜੋੜ ਕੇ ਜਾਪ ਸਾਹਿਬ ਦੇ ਨਾਲ ਜੁੜਾਂਗੇ ਤੇ ਧਿਆਨ ਅਕਾਲ ਪੁਰਖ ਦਾ ਧਰ ਕੇ, ਫਿਰ ਅਸੀਂ ਵੀ ਇਹੀ ਕਵਾਂਗੇ, ਨਮੋ ਨਰਕ ਨਾਸ਼ੇ ਸਦੈਵੰ ਪ੍ਰਕਾਸ਼ੇ। ਆਨੰਗੰ ਸਰੂਪੇ, ਸਰੂਪੇ ਦਾ ਅਰਥ ਤੇਰੀ ਹਸਤੀ। हे ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਜਿਹੜੀ ਹੋਂਦ ਹੈ, ਤੁਹਾਡੀ ਜਿਹੜੀ ਹਸਤੀ ਹੈ, ਆਨੰਗੰ ਅੰਗ ਤੋਂ ਰਹਿਤ ਹੈ। ਜਿਵੇਂ ਸਾਡਾ ਸਰੀਰ ਦੇ ਅੰਗ ਨੇ, ਹੱਥ ਪੈਰ ਮੂੰਹ ਨੱਕ ਕੰਨ, ਇਹ ਸਾਰਾ ਕੁਝ ਅਕਾਲ ਪੁਰਖ ਨਹੀਂ ਬਣਾਇਆ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਇਹ ਨੱਕ ਅੱਖ ਕੰਨ ਮੂੰਹ ਅਕਾਲ ਪੁਰਖ ਦਾ ਹੀ ਬਣਾਇਆ ਹੈ, ਪਰ ਜਿਹਨੇ ਬਣਾਇਆ ਹੈ ਉਹਦਾ ਆਪਣਾ ਕੋਈ ਵੀ ਅੰਗ ਨਹੀਂ, ਉਹ ਅੰਗ ਤੋਂ ਰਹਿਤ ਹੈ। ਤੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਉਹਨਾਂ ਥਾਵਾਂ ਨੂੰ ਵੇਖਦੇ ਹਾਂ ਜਿੱਥੇ ਰੱਬ ਬਣ ਕੇ ਬੈਠੇ ਹੋਏ ਨੇ, ਔਰ ਬਕਾਇਦਾ ਆਪਣੀ ਰੱਬ ਬਣ ਕੇ ਪੂਜਾ ਵੀ ਕਰਵਾ ਰਹੇ ਨੇ, ਆਪਣੇ ਅੱਗੇ ਮੱਥੇ ਵੀ ਟਿਕਵਾ ਰਹੇ ਨੇ। ਪਤਾ ਹੀ ਨਹੀਂ ਕੀ ਕੁਛ ਰੱਬ ਬਣ ਕੇ ਵੰਡੀ ਜਾਂਦੇ ਆ, ਔਰ ਮੂਰਖ ਲੋਕ ਉਹਨਾਂ ਨੂੰ ਰੱਬ ਬਣਾ ਕੇ ਪੂਜੀ ਵੀ ਜਾਂਦੇ ਆ। ਪਰ ਜਿਹਨੇ ਜਾਪ ਸਾਹਿਬ ਦੀ ਬਾਣੀ ਨੂੰ ਪੜ੍ਹ ਸੁਣ ਕੇ ਸਮਝ ਲਿਆ, ਉਹ ਕਦੇ ਇਹੋ ਜਿਹੇ ਪਖੰਡੀਆਂ ਕੋਲ ਨਹੀਂ ਜਾਂਦਾ। ਫਿਰ ਉਹ ਕਦੇ ਗੁੰਮਰਾਹ ਨਹੀਂ ਹੁੰਦਾ, ਕਦੇ ਭਟਕਦਾ ਨਹੀਂ। ਭਟਕਦੇ ਉਹੀ ਲੋਕ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਸੋਝੀ ਨਹੀਂ ਹੈ। ਇਹ ਸਾਡੀ ਮੂਰਖਤਾਈ ਨੇ ਹੀ ਅੱਜ ਥਾਂ ਥਾਂ ਤੇ ਰੱਬ ਬਣਾ ਕੇ ਬਿਠਾ ਦਿੱਤੇ, ਔਰ ਉਨੀ ਤੇ ਅਸੀਂ ਉਹਨੂੰ ਰੱਬ ਨੂੰ ਨਹੀਂ ਧਿਆਉਂਦੇ ਜਿਹੜਾ ਅਸਲ ਦੇ ਵਿੱਚ ਹੈ। ਅਸੀਂ ਤੇ ਉਹਨਾਂ ਨੂੰ ਉਨਾ ਧਿਆ ਰਹੇ ਹਾਂ ਜਿਨ੍ਹਾਂ ਵਿੱਚ ਅਸਲ ਵਿੱਚ ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।
पर असीं उन्हां नूं अंग जिहड़े उन्हां दे ने वो भी सजावट अपनी इदां दी बना के बैठे हुए ने कि उस सजावट क्यों, क्योंकि वो अपने वल खिੱਚਦੇ ने। असल विच वो रब दा घर नहीं हुंदा, खिੱਚ दा केंद्र हुंदा है कि बदो बदी बंदा चमक दमक वेख के खिੱਚਿਆ चलिया जांदा है ते ये सोच लैंदा भी रब यही है। पर सतगुरु कलगीधर पातशाह कहंदे ने उहदा स्वरूप ते अंग तो रहत है। ਉਹਨੂੰ ਤੁਸੀਂ अनुभव करो, ਉਹਨੂੰ ਤੁਸੀਂ महसूस करो। ਜਿਹਨੂੰ ਤੁਸੀਂ ਕਿਸੇ शरीर ਵਿੱਚੋਂ ਰੱਬ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹੀ ਰੱਬ ਤੁਹਾਡੇ ਅੰਦਰ ਨਹੀਂ। ਉਹ ਰੱਬ ਤਾਂ ਤੁਹਾਡੇ ਅੰਦਰ ਵੀ ਹੈ, ਪਰ ਜਿਹੜਾ ਤੁਹਾਡੇ ਅੰਦਰ ਹੈ ਉਹਨੂੰ ਤੁਸੀਂ ਦੂਜਿਆਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਇਹਦੇ ਨਾਲੋਂ ਮਿਹਨਤ ਇਹ ਕਰੋ ਕਿ ਤੁਹਾਨੂੰ ਆਪਣੇ ਅੰਦਰੋਂ ਹੀ ਰੱਬ ਅਨੁਭਵ ਹੋ ਜਾਏ, ਆਪਣੇ ਅੰਦਰੋਂ ਹੀ ਉਹਨੂੰ ਮਹਿਸੂਸ ਕਰੋ। पर असीं अंदरों कमज़ोर हाँ, अज्ञानता दे हनेरे दे विच हाँ, नहीं समझ आ रही कि सब किछ घर में बाहर नाही बाहर टोले सो भरम भुलाई। बाहर ते भरम है, बाहर ते भुलेखे ने, बाहर तां धोखे ने। पर असीं उन्हां धोखियां दे विच जाल विच फस जाने आ। क्यों? क्योंकि उन्होंने अडंबर ही ऐसा रचिया होया। अज किन्नी दुनिया मूर्ख बन के ਜਿਹੜੇ शरीरां करके रब बन के पूजा करा रहे आ ते लोग जुड़े हुए ने, सच्चाई तो अणजाण ने। जिन्ना चिर असीं सच तो अणजाण रवांगे इसे तरह किरिया कर्म चलदा रहना है। पर अकाल पुरख वाहिगुरु दा सच की है? अनंगं स्वरूपे, उहदा ते अंग ही कोई नहीं है। वो ते अंग तो रहत है, उहनूं ते असीं महसूस करना है कि वो साडे हिरदे दे अंदर परमेश्वर वसदा है। अपंगं पहभूते, वो जिहड़ा परमेश्वर है उहदा पहभूते दा अर्थ है उहदा तेज, उहदा प्रताप, उहदियां बख्शिशां। अपंगं नाश तो रहत ने। उहदा जिहड़ा उहदी जिहड़ी हस्ती है, उहदी जिहड़ी होंद है, वो नाश तो रहत है। ते जिन्हों तुसीं रब बन के शरीरां दे विच, जिन्हों तुसीं रब बना के पूजदे हो ने ते 4 दिन बाद नाश हो जाना है। वो जिन्हों असीं रब मनदे सां वो रब नूं ते तस्वीर विच चौथे दिन हार पै जाना है। असीं कहना जी आ साडा रब सी, ते जे रब सी ते फिर तस्वीर ते हार किदां पै गया। असीं उहदियां बरसियां भी संसार दे विच उहनां दीयां यादां भी मनाउण लग पए। क्यों? रब दी बरसी कदों मनाई जाती है? रब दीयां यादां कदों मनाईयां जांदियां ने दसो? क्योंकि जे रब दी असीं याद मनाउण लग गए फिर ते वो नाशवंत है, फिर ते वो अधूरा है, फिर ते उहदे विच कमियां ने। फिर साडा अधूरा जीवन पूरा कौन करेगा? नहीं, अकाल पुरख परमेश्वर की है आद पूरण मद पूरण अंत पूर्ण परमेश्वर है। वो की है आद सच जुगाद सच है, ती सच नानक होसी भी सच। वो सदीवी सच है। असी वो नाशवंत नहीं है, अविनाशी, वो नाश तो रहता है। ते जिन्हां नूं असीं रब मन के पूजदे रहे, मत्थे टेकदे रहे, 4 दिन बाद पता लगा वो ते शरीर छड्ड गया। फिर उहदी जगह ते किसी होर रब नूं बिठाओ, फिर उहदी जगह ते किसी होर रब नूं बिठाओ, रब ही बदलदे रहो फिर। पर अकाल पुरख तां एक है, एक ओंकार। इहदा मतलब हजे असीं एक ओंकार नूं नहीं समझ सके। जे असीं एक नूं समझ लैंदे ते फिर इह वी गल समझ आ जांदी, तुद बिन दूजा नाहीं कोए, तूं करतार करें सो होए। ते फिर जे असीं रोज़ साल बाद 10 साल बाद 15 साल बाद रब बदलते हैं, इहदा मतलब साडा रब झूठा है। समझण दी कोशिश करियो। जे नहीं समझोगे फिर विवाद खड़ा हो जाएगा कि तुसीं साडे रब नूं झूठा क्यों कहंदे हो। पर रब ते सारियां दा इक्को ही है। उहनूं अल्लाह कह लो, राम कह लो, गॉड कह लो, वाहिगुरु कह लो, है ते वही है ना। अवल अल्लाह नूर पाया कुदरत के सब बंदे। आ जिन्ने भी कुदरत दे बंदे ने सारे इक्को ही नूर तो ने, इक्को ही प्रकाश तो, इक्को ही रब्बी जोत तो पैदा होए ने। असीं इत्थे भी भटक गए, अपने रब भी वखरे वखरे बना लए।
ਵੰਡੀਆਂ ਨੂੰ ਖਤਮ ਕਰਨ ਵਾਸਤੇ, ਮਨੁੱਖਤਾਈ ਨੂੰ ਇੱਕ ਛੱਤ ਹੇਠਾਂ, ਇੱਕ ਨਿਸ਼ਾਨ ਹੇਠਾਂ ਲਿਆਉਣ ਵਾਸਤੇ ਇੱਕ ਓਅੰਕਾਰ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਦਿੱਤੀ ਵੀ ਇੱਕ ਨਾਲ ਜੁੜੋ, ਇੱਕੋ ਹੀ ਹੈ ਰੱਬ। ਵੰਡੀਆਂ ਪਾ ਕੇ ਨਫ਼ਰਤ ਨਾ ਫੈਲਾਓ ਦੁਨੀਆ ਦੇ ਵਿੱਚ, ਨਫ਼ਰਤ ਦੀ ਅੱਗ। ਦੇਖੋ ਜਿਹੜੀ ਬਾਹਰ ਦੀ ਅੱਗ ਹੈ ਇਹਦੇ ਤੋਂ ਤੇ ਫਿਰ ਵੀ ਬਚਾਅ ਹੋ ਜਾਏਗਾ। ਜੇ ਚਲੋ ਅੱਗ ਵਿੱਚ ਕੋਈ ਝੁਲਸ ਵੀ ਗਿਆ, ਮੱਲਮ ਪੱਟੀ ਕਰਕੇ ਸਾਲ ਬਾਅਦ ਫਿਰ ਰਾਜੀ ਹੋ ਜਾਏਗਾ, ਪਰ ਜਿਹੜੀ ਨਫ਼ਰਤ ਦੀ ਅੱਗ ਸਾੜਦੀ ਹੈ ਨਾ, ਇਹਦੇ ਵਿੱਚ ਫਿਰ ਕੋਈ ਮੱਲਮ ਪੱਟੀ ਨਹੀਂ ਲੱਗਦੀ, ਇਹਦੇ 'ਚ ਕੋਈ ਮੈਡੀਸਨ ਨਹੀਂ ਹੈ, ਕੋਈ ਇਹਦਾ ਟ੍ਰੀਟਮੈਂਟ ਨਹੀਂ ਹੈ, ਕੋਈ ਇਹਦਾ ਇਲਾਜ ਨਹੀਂ ਹੈ ਜਿਹੜਾ ਨਫ਼ਰਤ ਦੀ ਅੱਗ ਵਿੱਚ ਸੜੇ ਹੋਏ ਤੋਂ ਬਚਾ ਸਕੇ। ਇਸ ਲਈ ਇਹ ਨਫ਼ਰਤ ਦੀ ਅੱਗ ਕਦੋਂ ਬੁਝਣੀ ਹੈ? ਜਦੋਂ ਸਾਨੂੰ ਇੱਕ ਓਅੰਕਾਰ ਦੀ ਸਮਝ ਆਉਣੀ ਹੈ, ਜਦੋਂ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਸਮਝ ਆਏਗੀ। ਸਾਹਿਬ ਜੀ ਕਹਿੰਦੇ ਅਨੰਗੰ ਸਰੂਪੇ ਅਭੰਗੰ ਵਿਭੂਤੇ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਅੰਗ ਤੋਂ ਰਹਿਤ ਹੈ ਔਰ ਜਿਹੜਾ ਉਹਦੀ ਹੋਂਦ ਹੈ, ਉਹਦਾ ਜਿਹੜਾ ਤੇਜ ਪ੍ਰਤਾਪ ਹੈ, ਅਭੰਗੰ, ਉਹ ਭੰਗ ਤੋਂ ਰਹਿਤ ਭਾਵ ਨਾਸ਼ ਤੋਂ ਰਹਿਤ ਹੈ। ਉਹ ਕਦੇ ਨਾਸ਼ ਹੋਣ ਵਾਲਾ ਨਹੀਂ, ਤੇ ਨਾ ਹੀ ਦੁਨੀਆ ਵਿੱਚ ਕਿਸੇ ਵਿੱਚ ਇੰਨਾ ਤੇਜ, ਇੰਨਾ ਓਜ, ਇੰਨੀ ਪਾਵਰ ਕਿ ਉਹ ਅਕਾਲ ਪੁਰਖ ਦੇ ਤੇਜ ਨੂੰ ਨਾਸ਼ ਕਰ ਸਕੇ। ਉਹ ਨਾਸ਼ ਤੋਂ ਰਹਿਤ ਅਕਾਲ ਪੁਰਖ ਪਰਮੇਸ਼ਵਰ ਹੈ। ਪਰਮਾਥੰ ਪਰਮਾਥੇ ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ। ਜਿੰਨੇ ਵੀ ਤੁਸੀਂ ਇਸ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਔਰ ਜਿੰਨੇ ਵੀ ਮੀਡੀਆ ਦੇ ਰਾਹੀਂ ਘਰ ਦੇ ਵਿੱਚ ਬੈਠੇ ਆ, ਇਕਾਗਰਤਾ ਬਣਾ ਕੇ ਸਾਰੇ ਹੀ ਆਪਣੀ ਰਸਨਾ ਨੂੰ ਆਪਾਂ ਜੋੜ ਕੇ ਧਿਆਨ ਅਕਾਲ ਪੁਰਖ ਵੱਲ ਰੱਖਣਾ ਹੈ, ਤਾਂ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਰਸਾਵਲ, ਇਹ ਸਾਡਾ ਹਿਰਦਾ ਦੀ ਰਸ ਦਾ ਘਰ ਬਣ ਜਾਏ, ਅੰਮ੍ਰਿਤ ਰਸ ਸਾਡੇ ਅੰਦਰ ਭਰ ਜਾਏ। ਪਰਮਾਤੰ ਪਰਮਾਥੇ ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਨਾਲ ਸੁਰਤ ਜੋੜਦਿਆਂ ਕਹਿ ਰਹੇ ਨੇ, ਹੇ ਵਾਹਿਗੁਰੂ ਜੀ, ਪਰਮਾਤੰ ਪਰਮਾਥੇ। ਪਰਮਾਤੰ ਦਾ ਅਰਥ ਹੈ ਮਥ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ। ਕਿਹਨਾਂ ਨੂੰ? ਜਿਹੜੇ ਪਰਮਾਥੇ, ਜਿਹੜੇ ਦੂਜਿਆਂ ਨੂੰ ਦੁੱਖ ਦਿੰਦੇ ਨੇ, ਜਿਹੜੇ ਦੂਜਿਆਂ ਨੂੰ ਦੁੱਖ ਪਹੁੰਚਾਉਣ ਵਾਲੇ ਨੇ, ਜਿਹੜੇ ਦੂਜਿਆਂ ਦੇ ਦਿਲ ਦੁਖਾਉਣ ਵਾਲੇ ਨੇ। ਸਭ ਤੋਂ ਵੱਡਾ ਪਾਪ ਕੀ ਹੈ? ਜਿਹੜੇ ਵਿਦਵਾਨ ਸੱਜਣ ਹੋਏ ਨੇ, ਜਿਨ੍ਹਾਂ ਨੇ ਖੋਜ ਕੀਤੀ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਸਰਚ ਕਰਕੇ ਡੂੰਘਾਈ ਵਿੱਚ ਗਏ ਨੇ, ਉਹਨਾਂ ਨੂੰ ਇਹ ਤੱਤ ਕੱਢਿਆ ਕਿ ਸਭ ਤੋਂ ਵੱਡਾ ਪਾਪ ਹੈ ਕਿਸੇ ਦਾ ਦਿਲ ਦੁਖਾਉਣਾ। ਕਿਸੇ ਦਾ ਦਿਲ ਦਿਖਾਉਣਾ ਇਹ ਸਭ ਤੋਂ ਵੱਡਾ ਪਾਪ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਆਪਣਾ ਜੀਵਨ ਐਸਾ ਬਣਾਈਏ ਕਿ ਸਾਡੇ ਜੀਵਨ ਦੇ ਕਰਕੇ ਕਿਸੇ ਦਾ ਦਿਲ ਨਾ ਦੁਖੇ। ਸਾਡੀ ਰਸਨਾ ਤੋਂ ਕੋਈ ਐਸਾ ਬੋਲ ਅਪਸ਼ਬਦ ਬਣ ਕੇ ਨਾ ਨਿਕਲੇ ਕਿ ਜਿਹਦਾ ਕਿਸੇ ਦੇ ਦਿਲ ਨੂੰ ਦੁਖਾ ਜਾਵੇ, ਕਿਉਂਕਿ ਸਭ ਤੋਂ ਵੱਡਾ ਪਾਪ ਹੀ ਕਿਸੇ ਦੇ ਦਿਲ ਨੂੰ ਦੁਖਾਉਣਾ ਹੈ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ, ਉਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਉਹਨਾਂ ਨੂੰ ਮੱਥਣ ਵਾਲੇ ਹੋ, ਉਹਨਾਂ ਨੂੰ ਮਿਟਾਉਣ ਵਾਲੇ ਹੋ, ਉਹਨਾਂ ਦਾ ਖਾਤਮਾ ਕਰਨ ਵਾਲੇ ਹੋ, ਜਿਹੜੇ ਦੂਜਿਆਂ ਨੂੰ ਦੁੱਖ ਦਿੰਦੇ ਨੇ। ਤੇ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦੁਨੀਆ ਵਿੱਚ ਤਾਂ ਚਲੋ ਜਿਹੜੇ ਦੂਜਿਆਂ ਨੂੰ ਦੁੱਖ ਦਿੰਦੇ ਆ, ਉਹ ਦੁੱਖ ਦੇਣ ਵਾਲਿਆਂ ਨੂੰ ਨਾਸ਼ ਕਰਨ ਵਾਲਾ, ਪਰ ਜਿਹੜੇ ਉਹਦੇ ਆਪਣੇ ਪਿਆਰੇ ਨੇ, ਉਹਦੇ ਪਿਆਰੇ ਕਿਹੜੇ ਨੇ? ਭਗਤ। ਜਿਹੜੇ ਉਹਦੀ ਭਗਤੀ ਕਰਨ ਵਾਲੇ ਨੇ, ਉਹ ਸਾਰਿਆਂ ਦੀ ਸੰਭਾਲ ਤੇ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ, ਪਰ ਜਿਹੜੇ ਉਹਦੇ ਭਗਤ ਨੇ, ਉਹ ਉਹਦੇ ਬਹੁਤ ਪਿਆਰੇ ਨੇ। ਤੇ ਜੇ ਉਹਦੇ ਭਗਤਾਂ ਨੂੰ, ਪਿਆਰਿਆਂ ਨੂੰ ਕੋਈ ਦੁੱਖ ਦਿੰਦਾ ਹੈ, ਤੇ ਫਿਰ ਉਹ ਤਤਕਾਲ ਹੀ ਉਹਨਾਂ ਦੁੱਖ ਦੇਣ ਵਾਲਿਆਂ ਦਾ ਹਿਸਾਬ ਕਿਤਾਬ ਕਰਕੇ ਨਿਬੇੜ ਦਿੰਦਾ ਹੈ। ਕਿਉਂ? ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ। ਕਿਉਂਕਿ ਅਕਾਲ ਪੁਰਖ ਪਰਮਾਥੰ ਪਰਮਾਥੇ, ਉਹਨਾਂ ਨੂੰ ਮੱਥ ਦੇਣ ਵਾਲਾ ਹੈ।
ਉਹਨਾਂ ਨੂੰ ਦੁੱਖ ਦੇਣ ਵਾਲਿਆਂ ਨੂੰ ਜਿਹੜਾ ਦੁੱਖ ਦੇਣ ਵਾਲਾ ਹੈ ਉਹਨੂੰ ਉਸੇ ਵੇਲੇ ਹੀ ਉਹਦੇ ਕੀਤੇ ਹੋਏ ਕਰਮ ਦਾ ਫਲ ਦੇਣ ਵਾਲਾ ਹੈ। ਇਸ ਲਈ ਅਕਾਲ ਪੁਰਖ ਜੀ ਜਿਹੜੇ ਹੋਰਨਾਂ ਨੂੰ ਦੂਜਿਆਂ ਨੂੰ ਦੁੱਖ ਦਿੰਦੇ ਨੇ, ਤੁਸੀਂ ਉਹਨਾਂ ਦੁੱਖ ਦੇਣ ਵਾਲਿਆਂ ਦਾ ਨਾਸ਼ ਕਰਨ ਵਾਲੇ ਹੋ। ਸਦਾ ਸਰਬ ਸਾਥੇ, ਔਰ ਸਦਾ ਹਰ ਵੇਲੇ, ਜਿਵੇਂ ਆਰੰਭ ਵਿੱਚ ਪੜਿਆ ਸदैवं, ਸदैवं ਦਾ ਅਰਥ ਵੀ ਹਮੇਸ਼ਾ ਸਦਾ, ਤੇ ਸਦਾ ਦਾ ਅਰਥ ਵੀ ਉਹੀ ਹੈ। ਕਹਿੰਦੇ ਸਰਬ ਸਾਥੇ, ਸਰਬ ਦਾ ਅਰਥ ਹੈ ਜਿੰਨੀ ਵੀ ਇਹ ਲੋਕਾਈ ਹੈ, ਜਿੰਨੀ ਵੀ ਅਸੀਂ ਇਹ ਦੁਨੀਆ ਵੇਖ ਰਹੇ ਹਾਂ, ਹਰ ਇੱਕ ਜੀਵ ਦੇ ਨਾਲ ਤੁਸੀਂ ਹੋ, ਹਰ ਇੱਕ ਦੇ ਨਾਲ। ਅਸੀਂ ਇਕੱਲੇ ਆਪਣੇ ਆਪ ਨੂੰ ਕਦੇ ਮਹਿਸੂਸ ਨਾ ਕਰੀਏ ਕਿ ਮੈਂ ਇਕੱਲਾ ਰਹਿ ਗਿਆ, ਮੈਂ ਇਕੱਲਾ ਹਾਂ, ਮੈਂ ਕੀ ਕਰਾਂ। ਨਹੀਂ, ਕਹਿੰਦੇ ਉਹ ਸਾਰਿਆਂ ਦੇ ਸਾਥ ਹੈ, ਸਾਰਿਆਂ ਦੇ ਨਾਲ ਹੈ, ਪਰ ਇੱਥੇ ਵੀ ਉਹਨੂੰ ਮਹਿਸੂਸ ਕਰਨ ਵਾਸਤੇ ਅੰਦਰ ਉਹ ਅਵਸਥਾ ਚਾਹੀਦੀ ਹੈ ਕਿ ਜੇ ਦੁਨੀਆ 'ਚ ਕੋਈ ਵੀ ਮੇਰੇ ਨਾਲ ਨਹੀਂ, ਪਰ ਮੇਰਾ ਅਕਾਲ ਪੁਰਖ, ਮੇਰਾ ਵਾਹਿਗੁਰੂ ਤੇ ਮੇਰੇ ਨਾਲ ਹੈ ਨਾ। ਤੇ ਜੇ ਉਹਨੂੰ ਅਸੀਂ ਮਹਿਸੂਸ ਕਰਾਂਗੇ ਕਿ ਉਹ ਹਰ ਵੇਲੇ ਮੇਰੇ ਨਾਲ ਹੈ, ਮੇਰੇ ਸਾਥ ਹੈ, ਫਿਰ ਕਦੇ ਵੀ ਡੋਲਾਂਗੇ ਨਹੀਂ, ਘਬਰਾਵਾਂਗੇ ਨਹੀਂ, ਚਿੰਤਤ ਨਹੀਂ ਹੋਵਾਂਗੇ। ਸਾਡੀ ਚਿੰਤਾ ਦਾ ਵਿਸ਼ਾ, ਸਾਡੇ ਚਿੰਤਾ ਦਾ ਕਾਰਨ ਕੀ ਹੈ ਕਿ ਅਸੀਂ ਉਹਨੂੰ ਕਦੇ ਆਪਣੇ ਨਾਲ ਸਮਝਿਆ ਹੀ ਨਹੀਂ। ਸੁਭਾਵਿਕ ਹੈ, ਜਦੋਂ ਘਰ ਦੇ ਵਿੱਚ ਕੋਈ ਪ੍ਰਾਣੀ ਡੋਲਦਾ ਹੋਵੇ ਨਾ, ਘਬਰਾਉਂਦਾ ਹੋਵੇ, ਚਿੰਤਤ ਹੋਵੇ, ਤੇ ਨਾਲ ਦੇ ਜਿੰਨੇ ਵੀ ਘਰ ਦੇ ਜੀ ਹੁੰਦੇ ਨੇ ਉਹ ਕੋਲ ਬੈਠ ਕੇ ਕਹਿੰਦੇ ਨੇ ਤੁਸੀਂ ਕਦੇ ਸਾਨੂੰ ਆਪਣਾ ਸਮਝਿਆ ਹੀ ਨਹੀਂ, ਅਸੀਂ ਤੇ ਹਰ ਵੇਲੇ ਤੁਹਾਡੇ ਨਾਲ ਰਹਿੰਦੇ ਹਾਂ, ਤੁਸੀਂ ਸਾਨੂੰ ਸਮਝਿਆ ਹੀ ਨਹੀਂ ਆਪਣਾ, ਤਾਂ ਹੀ ਤੇ ਡੋਲਦੇ ਹੋ, ਤਾਂ ਹੀ ਤੇ ਘਬਰਾਉਂਦੇ ਹੋ। ਉਹ ਹੌਸਲਾ ਦਿੰਦੇ ਨੇ, ਪਰ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੇ ਸਦੀਵੀ ਤੁਹਾਡੇ ਨਾਲ ਹੈ, ਤੁਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ। ਜਿਨ੍ਹਾਂ ਨੇ ਮਹਿਸੂਸ ਕੀਤਾ ਉਹ ਡੋਲਦੇ ਨਹੀਂ। ਉਹ ਤੇ ਕਹਿੰਦੇ ਜੈ ਜੈ ਪੇਖੋਂ ਤੈ ਹਜੂਰ ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਤੂੰ ਉਹਨੂੰ ਧਿਆ ਜਿਹੜਾ ਸਦਾ ਸਰਬ ਸਾਥੀ, ਜਿਹੜਾ ਸਦਾ ਸਾਰਿਆਂ ਦਾ ਸਾਥ ਦੇਣ ਵਾਲਾ, ਹਰ ਇੱਕ ਦੇ ਨਾਲ ਰਹਿਣ ਵਾਲਾ ਹੈ, ਸਦਾ ਅੰਗ ਸੰਗ ਹੈ। ਉਹ ਕਦੇ ਵੀ ਕਿ ਸਾਡੇ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਹੋਇਆ। ਅਸੀਂ ਤੇ ਕਈ ਸਾਲਾਂ ਤੋਂ ਉਹਨੂੰ ਆਪਣੇ ਜੀਵਨ 'ਚੋਂ ਦੂਰ ਹੀ ਸਮਝ ਰਹੇ ਹਾਂ ਨਾ, ਵੀ ਰੱਬ ਬੜੀ ਦੂਰ ਹੈ, ਪਰ ਕਹਿੰਦੇ ਉਹ ਤੇ ਇੱਕ ਪਲ ਲਈ ਵੀ ਕਦੇ ਦੂਰ ਨਹੀਂ ਹੋਇਆ, ਇੱਕ ਸੈਕਿੰਡ ਵਾਸਤੇ ਵੀ ਉਹ ਕਦੇ ਸਾਡੇ ਤੋਂ ਦੂਰ ਨਹੀਂ। ਉਹ ਤੇ ਹਮੇਸ਼ਾ ਸਾਡੇ ਹਿਰਦੇ ਦੇ ਅੰਦਰ ਬੈਠਾ ਹੈ, ਪਰ ਕਦੇ ਉਹਨੂੰ ਮਹਿਸੂਸ ਨਹੀਂ ਕੀਤਾ। ਪਰ ਜਦੋਂ ਤੁਸੀਂ ਉਹਦੇ ਨਾਲ ਸੁਰਤ ਜੋੜੋਗੇ, ਫਿਰ ਸਮਝ ਆਏਗੀ ਕਿ ਸਦਾ ਸਰਬ ਸਾਥੇ ਹੈ ਅਕਾਲ ਪੁਰਖ ਜੀ, ਤੁਸੀਂ ਸਦਾ ਸਾਰਿਆਂ ਦਾ ਸਾਥ ਦੇਣ ਵਾਲੇ, ਸਾਰਿਆਂ ਦੇ ਅੰਗ ਸੰਗ ਰਹਿਣ ਵਾਲੇ ਹੋ। ਅਗਾਧ ਸਰੂਪੇ, ਪਰ ਜਿਹੜਾ ਤੁਹਾਡਾ ਸਰੂਪ ਹੈ ਉਹ ਸਾਡੇ ਅਗਾਧ, ਤੁਸੀਂ ਬੋਧ ਤੋਂ ਪਰੇ ਹੈ, ਸਾਡੀ ਸੋਚ ਮੰਡਲ ਤੋਂ ਪਰੇ ਹੈ, ਸਾਡੀ ਅਕਲ ਤੋਂ, ਸਾਡੇ ਗਿਆਨ ਤੋਂ ਪਰੇ ਹੈ। ਜਿਹੜਾ ਗਿਆਨ ਸਾਡੇ ਕੋਲ ਹੈ ਨਾ, ਉਸ ਗਿਆਨ ਤੋਂ ਤੁਹਾਡੀ ਹੋਂਦ ਪਰੇ ਹੈ। ਇਸ ਲਈ ਸਾਨੂੰ ਗੁਰੂ ਦੇ ਗਿਆਨ ਦੀ ਲੋੜ ਪੈਣੀ ਹੈ। ਜੇ ਆਪਣੇ ਆਪਣੇ ਗਿਆਨ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਪਹੁੰਚ ਸਕਦੇ ਹੋਈਏ, ਫਿਰ ਵੀ ਸਾਨੂੰ ਗੁਰਬਾਣੀ ਦੇ ਗਿਆਨ ਦੀ ਲੋੜ ਨਹੀਂ ਪੈਣੀ। ਪਰ ਨਹੀਂ, ਉਹ ਗਿਆਨ ਸਾਡਾ ਦੁਨਿਆਵੀ ਤਲ ਤੇ ਹੈ, ਉਹ ਸਾਨੂੰ ਸੰਸਾਰ ਤੱਕ ਗਿਆਨ ਜਿਹੜਾ ਸੀਮਤ ਹੈ, ਪਰ ਨਿਰੰਕਾਰ ਤੱਕ ਪਹੁੰਚਣ ਲਈ ਸਾਨੂੰ ਇਹ ਬ੍ਰਹਮ ਦਾ ਗਿਆਨ ਚਾਹੀਦਾ ਹੈ, ਗੁਰਬਾਣੀ ਦਾ ਗਿਆਨ ਚਾਹੀਦਾ ਹੈ। ਤਾਂ ਹੀ ਤੇ ਇੱਥੇ ਆ ਕੇ ਆਪਾਂ ਕਹਿੰਦੇ ਹਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਨੂੰ ਇੰਨਾ ਗਿਆਨ ਦੇ ਦਿਓ ਤਾਂ ਕਿ ਅਸੀਂ ਇਸ ਬਿਖਮ ਨਦੀ ਨੂੰ ਪਾਰ ਕਰ ਉਸ ਅਕਾਲ ਪੁਰਖ ਜੀ ਵਿੱਚ ਸਦਾ ਲਈ ਸਮਾ ਜਾਈਏ। ਸਾਡਾ ਗਿਆਨ ਇੱਥੇ ਆ ਕੇ ਫੇਲ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਉਹ ਅਗਾਧ ਸਰੂਪੇ, ਉਹਦਾ ਜਿਹੜਾ ਸਰੂਪ ਹੈ ਉਹ ਅਥਾਹ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਉਹਦੇ ਸਰੂਪ ਦਾ ਕੋਈ ਐਂਡ, ਕੋਈ ਅਖੀਰ ਨਹੀਂ ਹੈ। ਉਹ ਸਾਡੀ ਬੋਧ ਮੰਡਲ ਤੋਂ ਬਹੁਤ ਪਰੇ ਹੈ। ਨਿਰਬਾਧ ਵਿਭੂਤੇ, ਹੈ ਅਕਾਲ ਪੁਰਖ ਜੀ, ਜਿਹੜਾ ਤੁਹਾਡਾ ਸਰੂਪ ਹੈ
ਜਿਹੜਾ ਤੁਸੀਂ ਤੁਹਾਡੀ ਹੋਂਦ ਹੈ, ਤੁਹਾਡਾ ਤੇਜ ਹੈ, ਤੁਹਾਡਾ ਪ੍ਰਤਾਪ ਹੈ, ਉਹਦੇ ਵਿੱਚ ਕੋਈ ਵਾਧਾ ਨਹੀਂ ਪਾ ਸਕਦਾ। ਨਿਰਬਾਧ, ਬਾਧ ਕਹਿੰਦੇ ਆ ਰੁਕਾਵਟ। ਅਸੀਂ ਕਿਹਾ ਵੀ ਆਹ ਕੰਮ ਅਸੀਂ ਸ਼ੁਰੂ ਕੀਤਾ ਸੀ, ਫਲਾਣੇ ਨੇ ਰੁਕਾਵਟ ਪਾ ਦਿੱਤੀ। ਮੈਂ ਜਦੋਂ ਵੀ ਕੋਈ ਕੰਮ ਕਰਨ ਲੱਗਦਾ ਤੇ ਕੋਈ ਨਾ ਕੋਈ ਵਾਧਾ ਪੈ ਜਾਂਦਾ ਹੈ, ਕੋਈ ਨਾ ਕੋਈ ਮੁਸ਼ਕਲ, ਕੋਈ ਨਾ ਕੋਈ ਰੁਕਾਵਟ ਪੈ ਜਾਂਦੀ ਹੈ। ਇਹ ਸਾਡੇ ਦੁਨਿਆਵੀ ਜੀਵਾਂ ਵਾਸਤੇ ਵਾਧਾ ਹੈ, ਪਰ ਅਕਾਲ ਪੁਰਖ ਦਾ ਜਿਹੜਾ ਚਲਾਇਆ ਹੋਇਆ ਸਿਸਟਮ ਹੈ ਨਾ ਸੰਸਾਰ ਦਾ, ਉਹਦੀ ਬਣਾਈ ਹੋਈ ਜਿਹੜੀ ਕੁਦਰਤ ਹੈ, ਉਹਦੇ ਵਿੱਚ ਵਾਧਾ ਨਹੀਂ ਪਾਇਆ ਜਾ ਸਕਦਾ। ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕੀ। ਇੰਨੀ ਪਾਵਰ ਹੀ ਨਹੀਂ ਕਿਸੇ ਦੇ ਅੰਦਰ, ਇੰਨੀ ਕਿਸੇ ਦੇ ਵਿੱਚ ਪਾਵਰ ਹੀ ਨਹੀਂ ਕਿ ਉਹਦੇ ਕੀਤੇ ਹੋਏ ਕੰਮ ਵਿੱਚ ਕੋਈ ਰੋਕ ਲਾ ਸਕੇ, ਕੋਈ ਵਾਧਾ ਪਾ ਸਕੇ। ਇਸ ਲਈ ਕਹਿ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਜਿੱਥੇ ਤੁਹਾਡਾ ਸਰੂਪ ਅਗਾਧ ਬੋਧ ਹੈ, ਉੱਥੇ ਤੁਹਾਡੀ ਜਿਹੜੀ ਹਸਤੀ, ਤੁਹਾਡਾ ਜਿਹੜਾ ਤੇਜ, ਜਿਹੜਾ ਤੁਹਾਡਾ ਪ੍ਰਤਾਪ ਹੈ, ਉਹਦੇ ਵਿੱਚ ਕੋਈ ਵਾਧਾ ਨਹੀਂ ਪਾ ਸਕਦਾ। ਤੁਹਾਡੇ ਕੀਤੇ ਹੋਏ ਕੰਮ ਦੇ ਵਿੱਚ ਕੋਈ ਰੋਕ ਨਹੀਂ ਲਾ ਸਕਦਾ ਹੈ। ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਗੁਰੂ ਕਲਗੀਧਰ ਪਾਤਸ਼ਾਹ ਪਾਉਂਟਾ ਸਾਹਿਬ ਦੇ ਅਸਥਾਨ ਤੇ ਸੁਰਤ ਜੋੜੀ ਹੈ ਅਕਾਲ ਪੁਰਖ ਜੀ ਨਾਲ। ਔਰ ਜਿਵੇਂ ਅਕਾਲ ਪੁਰਖ ਜੀ ਨੂੰ ਧਿਆਰੇ ਨੇ, ਉਵੇਂ ਹੀ ਸਾਨੂੰ, ਇਹੀ ਤੇ ਵਡਿਆਈ ਹੈ ਸਤਿਗੁਰੂ ਦੀ, ਕਿ ਸਤਿਗੁਰੂ ਆਪਣੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਦੁਨੀਆ ਦੇ ਵਿੱਚ ਜਦੋਂ ਕੋਈ ਸਾਨੂੰ ਸਿੱਖਿਆ ਦੇਵੇ, ਕੋਈ ਗੁਣ ਦੇਵੇ ਨਾ, ਤੇ ਉਹ ਇੱਕ ਗੁਣ ਆਪਣੇ ਕੋਲ ਜ਼ਰੂਰ ਰੱਖ ਲੈਂਦਾ ਹੈ। ਕਿਉਂ? ਕਿ ਕਿਤੇ ਕੱਲ ਨੂੰ ਇਹ ਮੇਰੇ ਵਰਗਾ ਨਾ ਹੋ ਜਾਏ, ਇਹ ਕਿਤੇ ਮੇਰੇ ਵਰਗਾ ਹੋ ਜਾਏਗਾ ਤੇ ਕੱਲ ਨੂੰ ਕਿਤੇ ਮੇਰੀ ਹੋਈ ਗੱਦੀ ਨਾ ਖਿਸਕਾ ਦੇਵੇ। ਪਰ ਨਹੀਂ, ਜਦੋਂ ਗੁਰੂ ਸਾਹਿਬ ਨੇ ਖਾਲਸੇ ਦਾ ਨੂੰ ਪ੍ਰਗਟ ਕੀਤਾ, ਖਾਲਸਾ ਪੰਥ ਦਾ ਸਾਜਨਾ ਦਿਵਸ ਤੁਸੀਂ ਭਾਵਨਾ ਨਾਲ ਮਨਾਇਆ, ਤੇ ਗੁਰੂ ਸਾਹਿਬ ਨੇ ਕੀ ਕਿਹਾ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਕਹਿੰਦੇ ਮੇਰਾ ਤੇ ਖਾਲਸੇ ਵਿੱਚ ਕੋਈ ਮਤ ਭੇਦ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਖਾਲਸਾ ਹੀ ਮੇਰਾ ਰੂਪ ਹੈ ਤੇ ਮੈਂ ਹੀ ਖਾਲਸੇ ਦਾ ਰੂਪ ਹਾਂ। ਇੱਕ ਮਿਕ ਕਰ ਦਿੱਤਾ। ਸਾਹਿਬ ਕਹਿੰਦੇ ਜੇ ਮੇਰੇ ਕਿਸੇ ਨੇ ਦੀਦਾਰ ਕਰਨੇ ਆ ਤਾਂ ਖਾਲਸੇ ਵਿੱਚੋਂ ਕਰੋ, ਕਿਉਂਕਿ ਇਹੀ ਮੇਰਾ ਰੂਪ ਹੈ। ਕੋਈ ਫਰਕ ਨਹੀਂ ਰਹਿਣ ਦਿੱਤਾ ਗੁਰੂ ਸਾਹਿਬ ਨੇ। ਜੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਆਏ ਨੇ ਤਾਂ ਸਤਿਗੁਰੂ ਨੇ ਬਖਸ਼ਿਸ਼ ਦੇਣ ਲੱਗਿਆਂ ਕੋਈ ਫਰਕ ਨਹੀਂ ਰੱਖਿਆ, ਕੋਈ ਅੰਤਰ 19-20 ਦਾ ਵੀ ਅੰਤਰ ਨਹੀਂ ਰੱਖਿਆ। ਜੈਸਾ ਗੁਰੂ ਨਾਨਕ ਜੀ ਦਾ ਰੂਪ ਹੈ ਵੈਸਾ ਹੀ ਗੁਰੂ ਅੰਗਦ ਦੇਵ ਜੀ ਦਾ। ਗੁਰੂ ਨਾਨਕ ਹੀ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਅੰਗਦ ਹੀ ਸਾਹਿਬ ਹੀ ਗੁਰੂ ਨਾਨਕ ਦਾ ਰੂਪ ਨੇ। ਸਾਹਿਬ ਜੀ ਕਹਿੰਦੇ ਆ ਜਦੋਂ ਤੁਸੀਂ ਆਓ, ਜਿਵੇਂ ਮੈਂ ਅਕਾਲ ਪੁਰਖ ਨਾਲ ਜੁੜ ਕੇ ਧਿਆਰਿਆ, ਤੁਸੀਂ ਵੀ ਉਵੇਂ ਹੀ ਅਕਾਲ ਪੁਰਖ ਜੀ ਦੇ ਨਾਲ ਜੁੜ ਜਾਓ। ਇਸ ਲਈ ਸਾਹਿਬ ਜੀ ਨੇ ਜੋ ਕਿਰਪਾ ਕੀਤੀ, ਆਪਾਂ ਵੀ ਜੁੜਨ ਦਾ ਯਤਨ ਨਾਲ ਕਰਨਾ ਹੈ। ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਾਪ ਸਾਹਿਬ ਦੀ ਬਾਣੀ ਵਿੱਚ, ਕਹਿੰਦੇ ਹੇ ਵਾਹਿਗੁਰੂ ਜੀ, ਤੁਹਾਨੂੰ ਸਦੀਵੀ ਸਾਡੀ ਨਮਸਕਾਰ ਹੈ ਤੇ ਹੁੰਦੀ ਰਹੇਗੀ, ਕਿਉਂਕਿ ਅਨੰਗੀ ਅਨਾਮੇ, ਤੁਹਾਡਾ ਕੋਈ ਸਰੀਰ ਵਾਲਾ ਅੰਗ ਨਹੀਂ ਹੈ। ਤੁਸੀਂ ਇਸ ਸਰੀਰ ਦੇ ਅੰਗਾਂ ਤੋਂ ਰਹਿਤ ਹੋ, ਔਰ ਕੋਈ ਐਸਾ ਸਰੀਰਾਂ ਵਾਲਾ ਤੁਹਾਡਾ ਕੋਈ ਖਾਸ ਨਾਮ ਨਹੀਂ ਹੈ। ਤੁਸੀਂ ਸਾਰੇ ਹੀ ਨਾਮਾਂ ਤੋਂ ਰਹਿਤ ਹੋ। ਅਨਾਮੇ, ਤੁਹਾਡਾ ਆਪਣਾ ਕੋਈ ਖਾਸ ਨਾਮ ਨਹੀਂ। ਜੋ ਕੁਦਰਤ ਵਿੱਚ ਵਰਤ ਰਿਹਾ ਹੈ, ਅਸੀਂ ਉਸ ਮੁਤਾਬਕ ਜਿਹਨੂੰ ਜਿੰਨੀ ਸਮਝ ਆਈ, ਜਿਹਨੂੰ ਜਿੰਨਾ ਗਿਆਨ ਹੋਇਆ, ਉਹਨੇ ਕੁਦਰਤ ਵਿੱਚ ਜੋ ਵਰਤਿਆ ਉਹਦੇ ਮੁਤਾਬਕ ਨਾਮ ਪਰਮੇਸ਼ਵਰ ਦਾ ਰੱਖ ਦਿੱਤਾ, ਪਰ ਉਹਦਾ ਆਪਣਾ ਕੋਈ ਖਾਸ ਨਾਮ ਨਹੀਂ ਹੈ। ਉਹਨੂੰ ਕਿਸੇ ਖਾਸ ਨਾਮ ਨਾਲ ਨਹੀਂ ਜਾਣਿਆ ਜਾ ਸਕਦਾ। ਬਸ ਇਹ ਜਿੰਨੇ ਨਾਮ ਆ ਇਹ ਸੱਤ ਨੇ, ਅਸੀਂ ਉਹਦੇ ਸੱਚੇ ਨਾਮ ਦੇ ਨਾਲ ਜੁੜ ਕੇ ਉਹਦੇ ਤੱਕ ਆਪਣੀ ਪਹੁੰਚ ਬਣਾਉਣੀ ਹੈ। ਇਸ ਲਈ ਕੋਈ ਸਰੀਰ ਦਾ ਅੰਗ ਨਹੀਂ ਅਕਾਲ ਪੁਰਖ ਜੀ ਦਾ, ਔਰ ਉਹਦਾ ਕੋਈ ਆਪਣਾ ਇੱਕ ਖਾਸ ਨਾਮ ਨਹੀਂ ਹੈ। ਤ੍ਰਿਭੰਗੀ ਤ੍ਰਿਕਾਮੇ, ਹੇ ਅਕਾਲ ਪੁਰਖ ਜੀ, ਤ੍ਰਿਭੰਗੀ
ਤਿੰਨ ਪ੍ਰਕਾਰ ਦੇ ਲੋਕ ਨੇ, ਰਜਗੁਣ, ਤਮਗੁਣ, ਸਤਗੁਣ। ਤੁਸੀਂ ਇਹਨਾਂ ਤਿੰਨਾਂ ਨੂੰ ਮਿਟਾ ਕੇ, ਇਹਨਾਂ ਨੂੰ ਨਾਸ਼ ਕਰਕੇ ਉਹਨਾਂ ਨੂੰ ਚੌਥੀ ਅਵਸਥਾ, ਚੌਥਾ ਗੁਣ ਦੇਣ ਵਾਲੇ ਹੋ। ਜਿਹੜੇ ਤਿੰਨ ਗੁਣਾਂ ਦੇ ਵਿੱਚ ਜੀ ਰਹੇ ਨੇ ਉਹ ਕਦੇ ਚੌਥੀ ਅਵਸਥਾ ਦੇ ਵਿੱਚ ਆ ਕੇ ਜੀਵਨ ਸਫਲਾ ਨਹੀਂ ਕਰਦੇ, ਕਿਉਂਕਿ ਉਹ ਤ੍ਰੈ ਗੁਣੀ ਮਾਇਆ ਦੇ ਵਿੱਚ ਹੀ ਗਲਤਾਨ ਰਹਿ ਜਾਂਦੇ ਨੇ। ਅਸੀਂ ਤ੍ਰੈ ਗੁਣੀ ਮਾਇਆ ਤੋਂ ਨਾਸ਼ ਕਰਨਾ ਆਪਣੇ ਜੀਵਨ ਵਿੱਚੋਂ ਕਿਵੇਂ ਹੋਏਗਾ? ਜਦੋਂ ਉਸ ਤਿਰਭੰਗੀ ਅਕਾਲ ਪੁਰਖ ਜੀ ਨਾਲ ਜੁੜਾਂਗੇ। ਉਹ ਤਿੰਨਾਂ ਭਵਨਾਂ ਨੂੰ ਨਾਸ਼ ਕਰਨ ਵਾਲਾ, ਉਹ ਤਿੰਨ ਜਿਹੜੇ ਨੇ ਕਹਿੰਦੇ ਤ੍ਰੈ ਗੁਣੀ ਮਾਇਆ ਜਿਹੜੀ ਹੈ ਉਹਦਾ ਨਾਸ਼ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਹੈ। ਤ੍ਰਿਕਾਮੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਇਸ ਤਿੰਨਾਂ ਭਵਨਾਂ ਨੂੰ, ਤਿੰਨਾਂ ਗੁਣਾਂ ਨੂੰ ਨਾਸ਼ ਕਰਨ ਵਾਲੇ ਹੋ। ਔਰ ਤੁਹਾਡੀ ਜਿਹੜੀ ਆ ਇਹ ਕਾਮਨਾ ਉਹ ਤਿੰਨਾਂ ਗੁਣਾਂ ਤੋਂ ਵੀ ਪਰੇ ਹੈ। ਜਿਵੇਂ ਕਿਹਾ ਵੀ ਉਹ ਕਾਮਨਾ ਤੋਂ ਰਹਿਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਇੱਛਾ, ਤਮੰਨਾ, ਕਾਮਨਾ, ਤਮਾ ਨਹੀਂ ਹੈ, ਉਹ ਤਿੰਨਾਂ ਗੁਣਾਂ ਤੇ ਤ੍ਰੈ ਗੁਣੀ ਮਾਇਆ ਤੋਂ ਰਹਿਤ ਹੈ। ਤੇ ਜਾਂ ਦੂਜੇ ਅਰਥ ਆਪਾਂ ਇਹਦੇ ਇਹ ਕਰਾਂਗੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਤ੍ਰੈ ਗੁਣੀ ਮਾਇਆ ਵਿੱਚ ਜੀਣ ਵਾਲੇ ਨੇ, ਉਹਨਾਂ ਦੀ ਕਾਮਨਾ ਨੂੰ ਤੁਸੀਂ ਪੂਰਾ ਕਰਨ ਵਾਲੇ ਹੋ, ਉਹਨਾਂ ਦੀਆਂ ਇੱਛਾਵਾਂ ਨੂੰ ਤੁਸੀਂ ਪੂਰਾ ਕਰਨ ਵਾਲੇ। ਦੋ ਅਰਥ ਇਹਦੇ ਸਮਝ ਕੇ ਚੱਲਣਾ। ਇੱਕ, ਕਿਉਂਕਿ ਉਸਤਤ ਅਕਾਲ ਪੁਰਖ ਦੀ ਹੋ ਰਹੀ ਹੈ, ਤੇ ਅਕਾਲ ਪੁਰਖ ਦੀ ਉਸਤਤ ਵਿੱਚ ਜੁੜਾਂਗੇ ਤੇ ਹੈ ਅਕਾਲ ਪੁਰਖ ਜੀ ਤੁਸੀਂ ਇਹਨਾਂ ਤਿੰਨਾਂ ਦੀ ਕਾਮਨਾਵਾਂ ਤੋਂ ਪਰੇ ਹੋ। ਰਜਗੁਣ, ਤਮਗੁਣ, ਸਤਗੁਣ, ਤ੍ਰੈ ਗੁਣੀ ਮਾਇਆ ਦੀ ਇੱਛਾ ਤੋਂ ਪਰੇ ਹੋ। ਤੇ ਦੂਸਰਾ ਅਰਥ ਇਹਦਾ ਇਹ ਹੈ ਕਿ ਜਿਹੜੇ ਤ੍ਰੈ ਗੁਣੀ ਮਾਇਆ ਵਿੱਚ ਜੀਣ ਵਾਲੇ ਨੇ, ਉਹਨਾਂ ਦੀਆਂ ਕਾਮਨਾਵਾਂ, ਉਹਨਾਂ ਦੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲੇ ਤੁਸੀਂ ਆਪ ਹੋ। ਨਿਰਭੰਗੀ ਸਰੂਪੇ, ਜਿਹੜੀ ਤੁਹਾਡੀ ਸਰੂਪੇ ਦਾ ਅਰਥ ਹੈ ਉਹਦੀ ਹੋਂਦ, ਉਹਦੀ ਹਸਤੀ। ਉਹਦੀ ਹਸਤੀ ਕੀ ਹੈ? ਨਿਰਭੰਗੀ। ਭੰਗੀ ਦਾ ਅਰਥ ਹੁੰਦਾ ਨਾਸ਼ ਕਰਨਾ, ਕਿਸੇ ਚੀਜ਼ ਨੂੰ ਭੰਗ ਕਰ ਦੇਣਾ। ਪਰ ਨਿਰਭੰਗੀ ਦਾ ਅਰਥ ਹੁੰਦਾ ਨਾਸ਼ ਤੋਂ ਰਹਿਤ। ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਨਾਸ਼ ਤੋਂ ਰਹਿਤ ਹੈ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਤਾਂ ਹੀ ਤੇ ਆਖਿਆ ਸੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਾ ਉਹਨੂੰ ਥਾਪਿਆ ਜਾ ਸਕਦਾ ਹੈ, ਨਾ ਉਹ ਕਿਸੇ ਦੇ ਕੀਤੇ ਹੋ ਸਕਦਾ ਹੈ, ਕਿਉਂਕਿ ਜਿਹੜੇ ਸਾਡੇ ਹੱਥਾਂ ਨੇ ਰੱਬ ਬਣਾਏ ਨੇ ਉਹ ਤੇ 4 ਦਿਨ ਬਾਅਦ ਨਾਸ਼ ਹੋ ਜਾਂਦੇ ਆ। ਜਿਨ੍ਹਾਂ ਨੂੰ ਅਸੀਂ ਥਾਪ ਕੇ ਆ ਇੱਕ ਦਿਨ ਦੇਖੀਦਾ, ਅੱਜ ਤੱਕ ਸਮਝ ਨਹੀਂ ਆਈ ਵੀ ਇਹ ਖੇਡ ਕੀ ਹੈ। ਪਰ ਮਾਫ ਕਰਨਾ, ਸਮਝਣ ਦਾ ਯਤਨ ਕਰਨਾ। ਅਸੀਂ ਪਹਿਲਾਂ ਘਰ ਦੇ ਵਿੱਚ ਇੱਕ ਮੂਰਤੀ ਥਾਪ ਕੇ ਉਹਨੂੰ ਧਿਆਉਂਦੇ ਰਹਿੰਦੇ ਆ। ਇੱਕ ਦਿਨ ਜਾ ਕੇ ਅਸੀਂ ਦਰਿਆ ਦੇ ਵਿੱਚ ਉਹਨੂੰ ਛੱਡ ਕੇ ਆ ਜਾਂਦੇ ਆ। ਇਹ ਖੇਡ ਨਹੀਂ ਅੱਜ ਤੱਕ ਸਮਝ ਆਈ। ਜਿਸ ਦਰਿਆ ਦੇ ਵਿੱਚ ਛੱਡ ਕੇ ਆਉਂਦੇ ਹੋ ਉੱਥੇ 4 ਦਿਨ ਬਾਅਦ ਦੇਖਿਆ ਕਰੋ ਕੀ ਹਾਲਾਤ ਬਣੇ ਹੁੰਦੇ ਆ। ਜਿਨ੍ਹਾਂ ਨੂੰ ਤੁਸੀਂ ਦਿਨ ਰਾਤ ਘਰ ਦੇ ਵਿੱਚ ਬੈਠ ਕੇ ਧਿਆ ਰਹੇ ਸੀ, ਇੱਕ ਪਲ ਵੀ ਤੁਸੀਂ ਉਹਦੇ ਤੋਂ ਓਹਲੇ ਨਹੀਂ ਸੀ ਹੁੰਦੇ। ਪਰ 4 ਦਿਨ ਬਾਅਦ ਦਰਿਆ ਦੇ ਕਿਨਾਰਿਆਂ ਤੇ ਪਤਾ ਲੱਗਦਾ ਹੈ ਵੀ ਕੀ ਕੁਝ, ਉੱਥੇ ਹੀ ਸਭ ਕੁਝ ਇਕੱਠਾ ਹੁੰਦਾ ਰਹਿੰਦਾ ਹੈ। ਉੱਥੇ ਹੀ ਤੁਹਾਡਾ ਥਾਪੀ ਹੋਈ ਮੂਰਤ ਹੈ, ਉੱਥੇ ਹੀ ਸਾਰਾ ਕੂੜ ਕਬਾੜ ਵੀ ਉੱਥੇ ਇਕੱਠਾ ਹੁੰਦਾ ਰਹਿੰਦਾ ਹੈ। ਤੇ ਸਮਝ ਨਹੀਂ ਆਈ ਵੀ ਅਸਲ ਵਿੱਚ ਇਹ ਖੇਡ ਹੈ ਕੀ ਹੈ। ਪਰ ਜਿਸ ਅਕਾਲ ਪੁਰਖ ਜੀ ਨਾਲ ਆਪਾਂ ਜੁੜਨਾ ਹੈ ਨਾ, ਉਹਨੂੰ ਤਾਂ ਥਾਪਿਆ ਹੀ ਨਹੀਂ ਜਾ ਸਕਦਾ। ਉਹਨੂੰ ਕਿਸੇ ਬੰਦੇ ਨੇ ਨਹੀਂ ਬਣਾਇਆ। ਜੇ ਬਣਾਇਆ ਹੁੰਦਾ ਤੇ ਫਿਰ ਕਦੋਂ ਦਾ ਉਹਨੂੰ ਮਿਟਾ ਕੇ ਤੇ ਅਸੀਂ ਨਵਾਂ ਰੱਬ ਬਣਾ ਲੈਂਦੇ। ਅਕਾਲ ਪੁਰਖ ਜੀ ਦੀ ਹੋਂਦ ਕੀ ਹੈ? ਨਿਰਭੰਗੀ, ਭੰਗ ਨਾਸ਼ ਤੋਂ ਰਹਿਤ। ਉਹਦੀ ਹਸਤੀ ਨੂੰ, ਉਹਦੀ ਹੋਂਦ ਨੂੰ ਕੋਈ ਨਹੀਂ ਮਿਟਾ ਸਕਦਾ ਹੈ। ਸਰਬੰਗੀ ਅਨੂਪੇ, ਅਨੂਪ ਉਪਮਾ ਤੋਂ ਰਹਿਤ। ਹੇ ਅਕਾਲ ਪੁਰਖ ਜੀ, ਜਿਹੜੀ ਤੁਹਾਡੀ ਉਪਮਾ ਹੈ ਨਾ ਉਹ ਮੁਕੰਮਲ ਹੈ, ਪੂਰੀ ਹੈ। ਜੇ ਕਿਸੇ ਦੀ ਉਪਮਾ ਅਧੂਰੀ ਹੋਵੇ ਉਹ ਤੇ ਖਤਮ ਹੋ ਜਾਏਗੀ। 4 ਦਿਨ ਕਿਸੇ ਦੀ ਵਡਿਆਈ ਕਰੋਗੇ, ਮੁੜ ਕੇ ਥੱਕ ਜਾਓਗੇ। 4 ਦਿਨ ਕਿਸੇ ਦੀ ਸ਼ੋਭਾ ਕਰੋਗੇ, ਮੁੜ ਕੇ ਕਹੋਗੇ ਹੁਣ ਬਾਰ-ਬਾਰ ਉਹਦੀ ਹੀ ਸ਼ੋਭਾ ਕਰੀ ਜਾਵਾਂ, ਤੁਸੀਂ ਥੱਕ ਜਾਓਗੇ। ਪਰ ਜਿਹੜੀ ਅਕਾਲ ਪੁਰਖ ਦੀ ਉਸਤਤ ਹੈ ਉਹ ਉਪਮਾ ਤੋਂ ਰਹਿਤ ਹੈ। ਕਿਉਂ ਹੈ? ਕਿਉਂਕਿ ਸਰਬੰਗੀ, ਉਹ ਸਰਬ ਕਲਾ ਸਮਰੱਥ ਹੈ। ਉਹਦੀ ਜਿਹੜੀ ਉਸਤਤ ਹੈ ਕਹਿੰਦੇ ਉਹ ਮੁਕੰਮਲ ਹੈ।
ਤੇ ਮੁਕੰਮਲ ਹਸਤੀ ਦਾ ਮਾਲਕ ਅਕਾਲ ਪੁਰਖ ਉਹਦੀ ਉਪਮਾ ਬਿਆਨ ਕਰਦੇ 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 ਅਸੀਂ ਮੁੱਕ ਜਾਾਂਗੇ, ਪਰ ਉਹਦੀ ਉਪਮਾ ਨਹੀਂ ਕਦੇ ਮੁੱਕ ਸਕਦੀ। ਤਾਂ ਹੀ ਤੇ ਆਖਿਆ ਸੀ ਮਾਲਕ ਜੀ ਜੀਭਾ ਇੱਕ ਹੈ, ਤੇ ਜੇ ਅਸੀਂ ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇਂ, ਲੱਖ ਨੀਸ ਵਾਲੀ ਵੀ ਖੇਡ ਬਣਾ ਕੇ ਲੱਖਾਂ ਦਾ ਗੇੜਾ ਦੇ ਕੇ ਵੀ ਅਸੀਂ ਤੈਨੂੰ ਧਿਆਉਂਦੇ ਰਹੀਏ, ਤਾਂ ਵੀ ਅਸੀਂ ਇੱਥੇ ਆ ਕੇ ਰੁਕਾਂਗੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਹਾਡੀ ਮਹਿਮਾ ਨੂੰ ਵਰਣਨ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਅਧੂਰਾ ਨਹੀਂ, ਉਹ ਪੂਰਾ ਹੈ। ਤੇ ਪੂਰੇ ਦੇ ਗੁਣ ਗਾਉਣ ਲਈ ਸਾਨੂੰ ਕਿਹਾ ਗਿਆ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹਦੇ ਗੁਣ ਗਾਓ ਜਿਹੜਾ ਸਰਬੰਗੀ ਅਨੂਪੇ ਹੈ। ਕਹਿੰਦੇ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਉਹਦੀ ਉਪਮਾ ਕਿਸੇ ਦੂਜੇ ਨਾਲ ਤੁਲਨਾ ਦੇ ਕੇ ਨਹੀਂ ਕੀਤੀ ਜਾ ਸਕਦੀ ਕਿ ਮੇਰਾ ਰੱਬ ਇਹਦੇ ਵਰਗਾ ਹੈ, ਮੇਰਾ ਅਕਾਲ ਪੁਰਖ ਇਹਦੇ ਵਰਗਾ, ਕਿਉਂਕਿ ਉਹਦੀ ਹਸਤੀ ਉਹਦੀ ਹੋਂਦ ਕਿਸੇ ਦੂਜੀ ਵਰਗੀ ਹੈ ਹੀ ਨਹੀਂ। ਇਸ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਜੀ ਦੀ ਉਸਤਤ ਕਰਦਿਆਂ ਸਾਨੂੰ ਜਿਹੜਾ ਰਸਾਵਲ ਰਸ ਦੇ ਰਹੇ ਨੇ, ਉਹਦੇ ਵਿੱਚ ਸਾਹਿਬ ਕਹਿੰਦੇ ਅਕਾਲ ਪੁਰਖ ਜਿਹਨੂੰ ਕਦੇ ਨਾਸ਼ ਨਹੀਂ ਕੀਤਾ ਜਾ ਸਕਦਾ, ਜਿਹਦੀ ਹਸਤੀ ਮੁਕੰਮਲ ਹੈ ਔਰ ਜਿਹਦੇ ਵਰਗਾ ਹੋਰ ਕੋਈ ਦੂਜਾ ਨਹੀਂ, ਜਿਹਦੀ ਉਪਮਾ ਜਿਹਦੀ ਤੁਲਨਾ ਕਿਸੇ ਦੂਜੇ ਨਾਲ ਕੀਤੀ ਜਾ ਸਕੇ। ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਸਤਿਗੁਰੂ ਦੀ ਕਿਰਪਾ ਲੈ ਕੇ ਆਪਾਂ ਵੀ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਨਾ ਪੁੱਤਰੈ ਨਾ ਪੁੱਤਰੈ ਨਾ ਸ਼ਤਰੈ ਨਾ ਮਿੱਤਰੈ, ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ। ਹੇ ਅਕਾਲ ਪੁਰਖ ਜੀ, ਨਾ ਪੋਤਰੈ ਨਾ ਪੁੱਤਰੈ, ਨਾ ਤੁਹਾਡਾ ਕੋਈ ਪੋਤਰਾ ਤੇ ਨਾ ਤੁਹਾਡਾ ਕੋਈ ਪੁੱਤਰ ਹੈ। ਇਹ ਸਾਰੀ ਦੁਨੀਆ ਹੀ ਅਕਾਲ ਪੁਰਖ ਦੀ ਹੈ। ਇਹ ਸਾਰੀ ਦੁਨੀਆ ਅਕਾਲ ਪੁਰਖ ਦੀ, ਅਸੀਂ ਸਾਰੇ ਉਹਦੇ ਬਾਲਕ ਹਾਂ। ਧਿਆਨ ਰੱਖਣਾ, ਅਸੀਂ ਸਾਰੇ ਦੇ ਸਾਰੇ ਹੀ ਉਸ ਅਕਾਲ ਪੁਰਖ ਦੇ ਬਾਲਕ ਹਾਂ। ਭਾਵੇਂ ਕੋਈ 100 ਸਾਲ ਦਾ ਹੈ, ਭਾਵੇਂ ਕੋਈ 50 ਸਾਲ ਦਾ ਹੈ, ਭਾਵੇਂ ਕੋਈ 5 ਸਾਲਾਂ ਦਾ ਹੈ, ਅਸੀਂ ਸਾਰੇ ਉਹਦੇ ਬਾਲਕ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਪਰ ਅਸੀਂ ਸਾਰੇ ਜੇ ਉਹਦੇ ਬੱਚੇ ਹਾਂ ਤੇ ਫਿਰ ਪੋਤਰਾ ਕਿੱਥੋਂ ਆ ਜਾਏਗਾ? ਜੇ ਸਾਰੇ ਹੀ ਆਪਾਂ 100 ਸਾਲ ਦਾ ਵੀ ਉਹਦਾ ਬੱਚਾ ਹੈ, ਉਹਦਾ ਬਾਲਕ ਹੈ, ਉਹ ਪਿਤਾ ਉਹ ਮਾਂ ਹੈ। 100 ਸਾਲ ਦਾ ਜਿਹੜਾ ਪ੍ਰਾਣੀ ਹੈ ਉਹਦਾ ਵੀ ਮਾਂ ਬਾਪ ਮਾਈ ਬਾਪ ਅਕਾਲ ਪੁਰਖ ਹੈ, ਤੇ ਜਿਹੜਾ 5 ਸਾਲ ਦਾ ਹੈ ਉਹਦਾ ਵੀ ਮਾਈ ਬਾਪ ਅਕਾਲ ਪੁਰਖ ਹੈ। ਫਿਰ ਅੱਗੋਂ ਪੋਤਰੇ ਦੀ ਕਹਾਣੀ ਤੇ ਬਣ ਹੀ ਨਹੀਂ ਸਕਦੀ। ਜਿੰਨੇ ਵੀ ਆਪਾਂ ਧਿਆਨ ਰੱਖਿਓ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਪਾਂ ਸਾਰੇ ਹੀ ਧੀਆਂ ਪੁੱਤਰ ਹਾਂ, ਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਇੱਕੋ ਹੀ ਇੱਕ ਪੋਤੀ ਸੀ ਜਿਹਨੇ ਖੁਸ਼ੀ ਨਾਲ ਗਾਇਆ ਸੀ, ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤੀ। ਉਹ ਕੌਣ ਸੀ? ਜਦੋਂ ਗਨੀ ਖਾਂ ਤੇ ਨਵੀ ਖਾਂ ਦੇ ਘਰ ਗੁਰੂ ਕਲਗੀਧਰ ਪਾਤਸ਼ਾਹ ਜੀ ਠਹਿਰੇ, ਚਮਕੌਰ ਦੀ ਗੜੀ ਤੋਂ ਸਤਿਗੁਰੂ ਜੀ ਨਿਕਲਦੇ ਆ, ਮਾਛੀਵਾੜੇ ਦੇ ਜੰਗਲ ਤੋਂ ਹੁੰਦੇ ਹੋਏ, ਜਦੋਂ ਆਪਣਿਆਂ ਨੇ ਹੀ ਕਹਿ ਦਿੱਤਾ ਸੀ ਗੁਰੂ ਸਾਹਿਬ ਭਾਈ ਗੁਲਾਬੋ ਤੇ ਪੰਜਾਬੋ, ਜਿਨ੍ਹਾਂ ਕਿਹਾ ਮਹਾਰਾਜ ਜੀ ਅਸੀਂ ਘਰ ਤੁਹਾਨੂੰ ਰੱਖ ਕੋਈ ਨਹੀਂ ਸਕਦੇ ਕਿਉਂਕਿ ਹੁਕਮਰਾਨ ਦਾ ਡਰ ਬਹੁਤ ਹੈ। ਸਤਿਗੁਰੂ ਨੇ ਆਖਿਆ ਕੋਈ ਗੱਲ ਨਹੀਂ, ਪਰ ਗਨੀ ਖਾਂ ਨਬੀ ਖਾਂ ਵਰਗਿਆਂ ਨੇ ਇੰਨਾ ਪਿਆਰ ਗੁਰੂ ਸਾਹਿਬ ਜੀ ਨਾਲ ਕੀਤਾ ਕਿ ਬੇਖੌਫ ਹੋ ਕੇ ਆਪਣੇ ਘਰ ਲੈ ਕੇ ਆਉਂਦੇ ਆ, ਔਰ ਬਕਾਇਦਾ ਸਤਿਗੁਰੂ ਜੀ ਨੂੰ ਜਿਹੜੇ ਪਲੰਗ ਤੇ ਸਾਹਿਬ ਨੇ ਬਿਰਾਜਮਾਨ ਹੋ ਕੇ ਜਾਣਾ, ਔਰ ਮੋਢਾ ਦੇ ਕੇ ਵੀ ਨਾਲ ਸਤਿਗੁਰੂ ਦੇ ਚੱਲਦੇ ਆ। ਉੱਥੇ ਫਿਰ ਸਤਿਗੁਰੂ ਜੀ ਦੇ ਉਹਨਾਂ ਦੇ ਘਰ ਜਿਹੜੀ ਬੱਚੀ ਸੀ ਨਾ, ਉਹ ਸਤਿਗੁਰੂ ਦੀ ਪੋਤੀ ਕਹਾਈ। ਆਪਾਂ ਸਾਰੇ ਹੀ ਧੀਆਂ ਪੁੱਤਰ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਵੀ ਕਹਿ ਸਕਦੇ ਹਾਂ, ਪਰ ਜੇ ਪੋਤੀ ਇੱਕ ਹੈ ਤੇ ਉਹ ਗਨੀ ਖਾਂ ਨਬੀ ਖਾਂ ਦੇ ਘਰ ਦੀ ਬੱਚੀ ਸੀ ਜਿਹਨੂੰ ਇਹ ਮਾਣ ਮਿਲਿਆ। ਪਰ ਇੱਥੇ ਗੱਲ ਅਕਾਲ ਪੁਰਖ ਜੀ ਦੀ ਹੋ ਰਹੀ ਹੈ। ਕਹਿੰਦੇ ਨਾ ਪੋਤਰ ਹੈ ਨਾ ਪੁੱਤਰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ
ना कोई पुत्र ते ना कोई पोतरा है, ना शत्रु है ना मित्र है, ना कोई उहदा शत्रु है ते ना ही कोई उहदा मित्र है। ये क्यों? क्योंकि वह शरीर विच नहीं आउंदा। जे शरीर विच आवे फिर ते उहदे दोते पोते भी होण, जे वो शरीर विच आवे फिर उहदा कोई अपना ते कोई पराया भी होवे। परमात्मा अजूनी है ना, वो जूना तो रहत है। असी सारे ही शरीर दे विच हां, साडा मित्र भी है, दुश्मन भी है, पुत्र भी है, पोतरे भी ने, दोतरे भी साडे ने, क्योंकि आपां शरीरां विच जीण वाले हां, वो शरीरां तो परे हो के जीवन वाले। इसलिए साहब जी कहंदे शरीरां दे दोते पोते पुत्र परिवार है, पर जिहड़ा शरीरां तो परे, हुण आत्मा दा पोतरा किहड़ा है? जिहड़ी साडे अंदर आत्मा है जिंद, उहदा पुत्र किहड़ा है? वो जिहड़ी अंदर जिंद है उहदा भैण भरा कौन है? उहदा कह लो कि अंदर उहदा कौन पति कौन? ये जीव इस्त्री है ना अंदर दी, उहदा पति इक्को ही है परमात्मा। पर शरीर दा वेखांगे, शरीर दा पति पत्नी वखरे रूप विच है, उहदा एक अपना परिवार है, पर जिहड़ी अंदर जिंद है उहदा कोई अपना परिवार नहीं है, क्योंकि वो परमेश्वर दी अंश है। उहदा माई बाप, उहदा बंधप, उहदा भैण भरा सब कुछ अकाल पुरख है। इसलिए साहब कहंदे हे अकाल पुरख जी, जे तुहानू शरीर करके वेखीए बहरूनी तल ते बहरूनी तल ते ना पोत्र है ना पुत्र है ना शत्रु है ना मित्र है, ना तुहाडा कोई मित्र ना तुहाडा कोई शत्रु, ना कोई पुत्र ते ना पोतरा, ना ताता ना माता। तात कहंदे पिता नू, मात कहंदे मां नू। और एक किन्नी देखो मां ममता नाल भरी हुंदी है, और मां जदों मूँह चों निकलदा ना वैसे ही अंदर ममता नाल हिरदा प्यार नाल भर जांदा है। और इक्को एक नाम है मां, जिहड़ा सारियां भाषावां दे विच मां ही आउंदा है। उर्दू विच पढ़ लो, फारसी च पढ़ लो, तुसीं हिंदी विच बोल लो, तुसीं इंग्लिश विच बोल लो, तुसीं पंजाबी विच बोल लो, सब जे मां नूं आपां बोलांगे ते मां ही बोलांगे। हिंदी विच भी इंग्लिश विच भी पहला मां ही अखर आउंदा है। उर्दू विच भी मदर कहा जांदा है मां नूं, इत्थे भी कहा माता है, माता दा अर्थ मां। किन्नी ममता दी मूरत है मां कि जिन्हों हर भाषा विच मां ही कहा जांदा है। पिता दे नाम बदल जांदे ने, जिवें इत्थे ताता आ गया, ताता दा अर्थ पिता। सतगुरु कलगीधर पातशाह जी सुरत जोड़ के कहंदे अकाल पुरख जी तुहाडी कोई मां नहीं, तुहाडा कोई पिता नहीं है, कोई माई बाप नहीं है जिन्हें तुहानू जन्म दिता होवे, जिन्हें तुहाडी होंद बनाई होवे। साडा सारियां दा माई बाप एक अकाल पुरख है, पर उन्होंने पैदा करने वाला कोई नहीं है। ना जात है ना पात है, जात पात ना उहदी कोई जात है, ना कोई उहदी पात दा अर्थ बरादरी है, वो किसे बरादरी विच नहीं आउंदा। ते जदों जात पात दी गल आउंदी है हथ जोड़ के बेनती करीदी है। बड़े पढ़े लिखे आपां हो गए हैं, डिग्रियां भी बड़ियां ले लईआं, कोई मुल्क ऐसा नहीं जिथे असीं गुरु घर दा निशान नहीं चलाया। हर मुल्क विच निशान झूलदे आ, पर कम से कम गुरुद्वारे बरादरियां तो रहत कर दिओ। जिन्ने तुसीं बरादरियां दे नाम ते गुरुद्वारे बनाए आ, इन्हां गुरुद्वारियां नूं बरादरियां तो आज़ाद कर दिओ। ये बरादरी विच नहीं आउणे चाहीदे। असीं ਉਹ ਸਾਡੀਆਂ ਡਿਗਰੀਆਂ ਲਈਆਂ ਕੀ ਕੰਮ ਦੀਆਂ? ਸਾਡੇ ਵੱਡੇ ਵੱਡੇ ਮੁਲਕਾਂ ਦੇ ਵਿੱਚ ਨਿਸ਼ਾਨ ਝੁਲਾਏ ਕਿਸ ਕੰਮ ਦੇ ਜੇ ਅਸੀਂ ਬਰਾਦਰੀਆਂ ਦੇ ਜਾਲ ਵਿੱਚ ਹੀ ਫਸੇ ਪਏ ਹਾਂ। ਅਸੀਂ ਜਾਤਾਂ ਪਾਤਾਂ ਤੋਂ ਤੇ ਨਿਕਲਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ, ਪਰ ਅਸੀਂ ਇਮਾਰਤ ਹੀ ਜਾਤਾਂ ਪਾਤਾਂ ਵਿੱਚ ਬਣਾ ਕੇ ਵੰਡ ਦਿੱਤੀ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਆ ਧਰਮੀਆਂ ਦਾ ਗੁਰਦੁਆਰਾ ਤੇ ਇਹ ਅਧਰਮੀਆਂ ਦਾ। ਅਸੀਂ ਧਰਮੀ ਤੇ ਅਧਰਮੀ ਆਪਣੇ ਕੋਲੋਂ ਹੀ ਮੋਹਰਾਂ ਲਾਤੀਆਂ। पर धर्मी ते अधर्मी दा अर्थ भी ते समझ लेना सी, लिखण लग्गियां भी अधर्मियां दा। गुरुद्वारा गुरु कदों धर्मियां ते अधर्मियां विच वंडिया गया? असीं गुरु ग्रंथ साहिब जी नूं किवें वंड दिआंगे? नहीं, इमारतां वंडियां ने, इन्हां बरादरियां तो आपां इनूं आज़ाद करके एक गुरु ग्रंथ साहिब जी दी शरण विच जुड़न दा यतन करिए। साहिब कहंदे ना जात है ना पात है, उहदी ना कोई जात है ना कोई उहदी कुल बरादरी है। वो जात पात मात पिता
ਇਹਨਾਂ ਸਾਰਿਆਂ ਤੋਂ ਅਕਾਲ ਪੁਰਖ ਜੀ ਤੁਸੀਂ ਰਹਿਤ ਹੋ। ਸਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ, ਸदैवं ਪ੍ਰਭਾ ਹੈ ਅਜੈ ਹੈ ਅਜਾ ਹੈ। ਕਲਗੀਧਰ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੀ ਉਸਤਤ ਕਰਦਿਆਂ ਸਾਨੂੰ ਜੋੜ ਰਹੇ ਨੇ। ਨਿਰਸ਼ਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ, सदैवं प्रभा है अजय है अजा है। हे अकाल पुरख वाहिगुरु जी, तुहाडा कोई साक भी नहीं ते तुहाडा कोई शरीक भी नहीं है, कोई शरीक नहीं है। ते अज दुनिया च वेखो आ देहधारी शरीक ही बन के बैठे, जद कि उहदा कोई शरीक है ही नहीं। ते जिहड़े रब देहधारी बन के बैठे आ, ये असल विच उहदे शरीक बन के बैठे आ, पर ध्यान रखना उहदी बराबरी नहीं की जा सकती। हे अकाल पुरख जी, तुहाडा कोई साक, जे मात पिता ही नहीं है, जे कोई जात बरादरी ही नहीं है, फिर तुहाडा साक किहदे नाल है ते तुहाडा जिहड़ा ये शरीक कौन है? कोई भी नहीं है। कोई तुहाडा साक संबंधी नहीं, कोई तुहाडा शरीक नहीं है। अमतो, हे अकाल पुरख जी, तुहानू मिणती विच भी नहीं लिआंदा जा सकदा। मितो अमितो, तुहाडी कोई मिणती नहीं है, कोई गिणती मिणती विच नहीं तुहानू लिआया जा सकदा। अमीक, तुसी बड़े डूंगे बड़े गहरे हो, तुहाडी डुंगाई तक भी नहीं पहुंचिया जा सकदा। जिन्नी तुहाडी गहराई है ना, उस गहराई तक नहीं पहुंचिया जा सकदा। अकाल पुरख जी सदैवं प्रभाव है, तुहाडा जिहड़ा प्रभाव है, तुहाडा जिहड़ा तेज है, वो सदैवं है। दुनिया दे प्रभाव घट जाते ने, पर तुहाडा प्रभाव कदे नहीं घटदा। बड़े बड़े तेजस्वी अखाउण वालियां दा तेज एक दिन मुक जांदा है, पर तुहाडा कदे तेज प्रताप नहीं मुकदा, क्योंकि तुसी मुकम्मल हो, अजय हैं। ये अकाल पुरख जी, तुसी सदा जित, जिहड़े जित दी मूरत हो, सदा तुहाडी जय जयकार है। दुनिया विच बंदियां दी जय जयकार 2 दिन हुंदी है, 2 दिन बाद खत्म हो जाती है, पर जिन्हां दे अंदर अकाल पुरख दा नाम वस गया ना, जिन्हें रसावल तक पहुंचना कीता, हर मन तन वसिया सोई जय जयकार करे सब कोई। अज भी भगतां दी जय जयकार हो रही है, धरू ते प्रहलाद दी अज भी जय जयकार हो रही है, पर उदों दे जिहड़े बादशाह अकाउण वाले सी, उन्हां दे ते नामो निशान भी मिट गए। 15 भगतां नूं आपां जाणदे हां, पर 15 भगतां वेले किहड़े राजे महाराजे हाकम होए, कोई विरला विरला जाणदा, सारे नहीं जाणदे। धरू ते प्रहलाद वेले किहड़े राजे महाराजे होए, नहीं जाणदे, क्योंकि जय जयकार उन्हां दी हुंदी है जिहड़े उहदे विच समा जांदे ने। हे अकाल पुरख जी, तुहानू कोई जित नहीं सकदा, क्यों? क्योंकि अजा, तुसी जन्म तो रहत। अजा दा अर्थ है जन्म तो रहत हो। अकाल पुरख जी, ये सारी उस्तत अज जिहड़ी कलगीधर पातशाह ने कीती, ये रसावल छंद दे विच अकाल पुरख दी किरपा नाल ही कीती है, जो इस रसना तो गुरु साहब जी ने इहदे विचार करवा के तुहाडे तक पहुंचाउण दा यतन कीता है। एक एक अखर इहदी विचार साडे हिरदे अंदर वस जाए, असीं भी नाम दे रसीए बन के अकाल पुरख जी विच समा के अपना आवागवन सदीवी मुका सकीए। ये सतगुरु जी अगे अरदास पहले ही आरंभ विच आखिया सी कि जे अकाल पुरख की किरपा लैनी है तो पहला गुर प्रसाद, पहला गुरु की किरपा चाहिए है। गुरु द्वारे आओ, आके सतगुरु जी के बचनां नाल जुड़ो, ते जिहड़े जिहड़े गुरबाणी नाल जुड़नगे उही फिर अकाल पुरख जी अगे अरदास करनगे। अपना नाम देहो, अपना नाम देहो, अपना नाम देहो, अपना नाम देहो। विसर नाही दातार, विसर नाही दातार, अपना नाम देहो, अपना नाम देहो।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉਏ ਹੋ, ਨਾਨਕ ਚਾਉਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਜੇ ਆਪਣੇ ਜੀਵਨ ਦੇ ਦੁੱਖ ਕਲ ਕਲੇਸ਼ ਮੁਕਾ ਕੇ ਨਰਕ ਦਾ ਨਾਸ਼ ਕਰਨਾ ਚਾਹੁੰਦੇ ਹਾਂ, ਫਿਰ ਗੁਰੂ ਵਾਲੇ ਬਣੀਏ, ਸੱਚੀ ਬਾਣੀ ਦਾ ਅਭਿਆਸ ਕਰੀਏ, ਸਤ ਸੰਗਤ ਵਿੱਚ ਆ ਕੇ ਜੁੜੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸदैवं ਪ੍ਰਭਾ ਹੈ, ਅਜੈ ਹੈ, ਅਜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ।